Hello to one and all. This is your host and host Navdeep from Moga, Aussie Alex Home. Welcome to our official YouTube channel. ਸੋ ਐਜ਼ ਪ੍ਰੋਮਿਸ, ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਤੁਹਾਡੇ ਲਈ ਰਾਈਟਿੰਗ ਦਾ ਇੱਕ ਜਨਰੇਟਰ ਆਪਾਂ ਤਿਆਰ ਕੀਤਾ, ਤਾਂ ਉਹ ਜਨਰੇਟਰ ਆਪਣਾ ਤਿਆਰ ਹੈ। ਤਾਂ ਹੁਣ ਇਸ ਵਲੌਗ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਸੋ ਇਹ ਵੀਡੀਓ ਨੂੰ ਹੁਣ ਤੁਸੀਂ ਧਿਆਨ ਨਾਲ ਦੇਖਣਾ, ਠੀਕ ਹੈ ਜੀ, ਟਾਈਮ ਕੱਢ ਕੇ, ਹੈ ਨਾ, ਇੱਕ ਜਗ੍ਹਾ 'ਤੇ ਬੈਠ ਕੇ ਧਿਆਨ ਨਾਲ ਵਿਦ ਫੁੱਲ ਕੌਨਸੈਂਟਰੇਸ਼ਨ ਤੁਸੀਂ ਇਸ ਚੀਜ਼ ਨੂੰ ਇੱਕ ਵਾਰੀ ਸਮਝ ਲਓ। ਦੇਖੋ, ਸਮਝਣ, ਅੰਡਰਸਟੈਂਡਿੰਗ ਐਂਡ ਰਿਮੈਂਬਰ ਕਰਨ 'ਚ ਥੋੜ੍ਹਾ ਜਿਹਾ ਫਰਕ ਹੈ। ਤੁਸੀਂ ਜੇ ਰਿਮੈਂਬਰ ਕਰੋਗੇ ਕੋਈ ਵੀ ਚੀਜ਼, ਤਾਂ ਉਹਦੇ ਲਈ ਤੁਹਾਨੂੰ ਕ੍ਰੈਮਿੰਗ ਕਰਨੀ ਪੈਣੀ ਆ, ਰੱਟਾ ਲਾਉਣਾ ਪੈਣਾ। ਜੇ ਤੁਸੀਂ ਕੋਈ ਚੀਜ਼ ਨੂੰ ਅੰਡਰਸਟੈਂਡ ਕਰ ਲੈਂਦੇ ਆ, ਸਮਝ ਲੈਂਦੇ ਆ, ਤਾਂ ਤੁਸੀਂ ਸਾਰੀ ਲਾਈਫ ਉਸ ਚੀਜ਼ ਨੂੰ ਯਾਦ ਰੱਖੋਗੇ। ਸੋ ਆਪਣੇ ਜਿਹੜੇ ਵਲੌਗਸ ਆ, ਆਪਣੇ ਜਿਹੜੇ ਵੀਡੀਓਜ਼ ਆ, ਆਪਣੀ ਵੇ ਆਫ ਟੀਚਿੰਗ ਜਿਹੜੀ ਆ, ਇਹਦੇ ਵਿੱਚ ਸਟੂਡੈਂਟਸ ਜਿਹੜੇ ਆ ਉਹਨਾਂ ਨੂੰ ਕੋਈ ਵੀ ਕ੍ਰੈਮਿੰਗ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਾਰੀ ਚੀਜ਼ ਉਹ ਸਮਝਦੇ ਆ। ਸੋ ਆਪਣੇ ਸਟੂਡੈਂਟਸ, ਠੀਕ ਹੈ, ਆਫਟਰ 6 ਮੰਥ 1 ਈਅਰ ਵੀ ਇਹ ਗੱਲ ਕਹਿੰਦੇ ਆ ਕਿ ਹਾਂਜੀ, ਅਸੀਂ ਜੋ ਤੁਸੀਂ ਟੀਚ ਕੀਤਾ ਉਹ ਅਜੇ ਤੱਕ ਅਸੀਂ ਭੁੱਲੇ ਨਹੀਂ। ਸੋ ਜੋ ਹੁਣ ਆਈਲੈਟਸ ਦਾ ਜਨਰੇਟਰ ਤੁਹਾਡੇ ਨਾਲ ਆਪਾਂ ਡਿਸਕਸ ਕਰਨਾ, ਤੁਸੀਂ ਆਟੋਮੈਟਿਕਲੀ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਪਸੰਦ ਕਰੋਗੇ ਕਿ ਤੁਸੀਂ ਰਹਿ ਹੀ ਨਹੀਂ ਸਕਦੇ ਇਸ ਨੂੰ ਸ਼ੇਅਰ ਕੀਤੇ ਤੋਂ ਬਿਨਾਂ। ਕਿਉਂਕਿ ਇਸ ਵੀਡੀਓ ਦੇਖਣ ਤੋਂ ਬਾਅਦ ਜੋ ਤੁਹਾਡਾ ਪਹਿਲਾ ਓਪੀਨੀਅਨ ਹੈ ਕਿ ਯਾਰ ਰਾਈਟਿੰਗ ਦੇ ਵਿੱਚ ਮੈਨੂੰ ਆ ਬਹੁਤ ਜ਼ਿਆਦਾ ਔਖਾ ਲੱਗਦਾ, ਮੇਰੇ ਸਕੋਰ ਨਹੀਂ ਆਉਣੇ, ਉਹ ਸਾਰੇ ਜਿਹੜੇ ਤੁਹਾਡੇ ਕਨਫਿਊਜ਼ਨਸ, ਡਾਊਟਸ ਆ, ਜਾਂ ਤੁਹਾਡਾ ਜਿਹੜਾ ਫੋਬੀਆ ਵਾ ਰਾਈਟਿੰਗ ਦੇ ਰਿਲੇਟਡ, ਉਸ ਬਿਲਕੁਲ ਜਿਹੜਾ ਵਾ ਉਹ ਦੂਰ ਹੋ ਜਾਊਗਾ। ਤਾਂ ਕੋਈ ਵੀ ਪਰਸਨ ਜਿਹਨੂੰ 5 ਸਾਲ 10 ਸਾਲ 2 ਸਾਲ 4 ਸਾਲ ਜਿੰਨਾ ਟਾਈਮ ਹੋ ਗਿਆ ਪੜ੍ਹਾਈ ਦੂਰ ਕੀਤੀ ਨੂੰ, 2 ਵਾਰੀ ਆਈਲੈਟਸ ਕਰ ਲਈ ਆ, ਠੀਕ ਹੈ ਜੀ, 3 ਵਾਰੀ ਐਗਜ਼ਾਮ ਦੇਤਾ, ਬਟ 2 ਮੰਥ ਹੋ ਗਏ, 4 ਮੰਥ ਹੋ ਗਏ ਆ, ਹਜੇ ਤੱਕ ਰਾਈਟਿੰਗ ਜਾਂ ਆਈਲੈਟਸ ਦਾ ਐਗਜ਼ਾਮ ਉਹਨਾਂ ਤੋਂ ਕਲੀਅਰ ਨਹੀਂ ਹੋ ਰਿਹਾ। ਇਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੂੰ ਇੱਕ ਅਹਿਸਾਸ ਹੋਊਗਾ, ਇੱਕ ਸੈਟਿਸਫੈਕਸ਼ਨ ਹੋਊਗੀ ਕਿ ਹਾਂ ਯਾਰ ਵੀ ਇਹ ਚੀਜ਼ ਮੈਨੂੰ ਹੁਣ ਪਤਾ ਲੱਗੀ ਹੈ, ਤਾਂ ਹੁਣ ਮੈਂ ਇਸ ਆਈਲੈਟਸ ਐਗਜ਼ਾਮ ਨੂੰ ਬੜੇ ਹੀ ਆਸਾਨੀ ਦੇ ਤਰੀਕੇ ਦੇ ਨਾਲ ਕਲੀਅਰ ਕਰ ਸਕਦਾ। ਜਿਸ ਤਰ੍ਹਾਂ ਹਰ ਗੇਮ, ਦੇਖੋ ਕੋਈ ਵੀ ਗੇਮ ਆਪਾਂ ਖੇਡਦੇ ਹਾਂ ਤਾਂ ਉਹਦੇ ਰੂਲ ਐਂਡ ਰੈਗੂਲੇਸ਼ਨਸ ਹੁੰਦੇ, ਕਿਵੇਂ ਆਪਾਂ ਉਸ ਨੂੰ ਪਲੇ ਕਰਨਾ, ਕਿਵੇਂ ਉਹਨੂੰ ਆਪਾਂ ਵਿਨ ਕਰਨਾ, ਤਾਂ ਉਹਦੇ ਲਈ ਹਰ ਪਲੇਅਰ ਨੂੰ ਇੱਕ ਕੋਚ ਦੀ ਲੋੜ ਪੈਂਦੀ ਹੈ। ਚਾਹੇ ਉਹ ਸਚਿਨ ਹੈ, ਚਾਹੇ ਉਹ ਵਿਰਾਟ ਕੋਹਲੀ ਹੈ, ਚਾਹੇ ਕੋਈ ਵੀ ਪਲੇਅਰ ਹੈ, ਉਹਨਾਂ ਹਰੇਕ ਨੂੰ ਇੱਕ ਤਾਂ ਟੀਮ ਕੋਚ ਚਾਹੀਦਾ, ਇੱਕ ਉਹਨਾਂ ਨੂੰ ਪਰਸਨਲ ਕੋਚ ਚਾਹੀਦਾ, ਜਿਹੜਾ ਉਹਨਾਂ ਨੂੰ ਫਿਜ਼ੀਕਲੀ ਪਲੱਸ ਮੈਂਟਲੀ ਟ੍ਰੇਨ ਕਰੇ, ਠੀਕ ਹੈ। ਸੋ ਹਰ ਰੋਜ਼ ਇੱਦਾਂ ਦੀਆਂ ਐਕਸਰਸਾਈਜ਼ਸ ਕਰੋ ਜਿਹਦੇ ਨਾਲ ਤੁਸੀਂ ਮੈਂਟਲੀ ਸਟਰੋਂਗ ਹੋ ਜਾਓ। ਤਾਂ ਮੈਂ ਤੁਹਾਡੇ ਨਾਲ ਅੱਜ ਆਈਲੈਟਸ ਦਾ ਜਨਰੇਟਰ ਉਹ ਡਿਸਕਸ ਕਰੂੰਗਾ ਵੀ ਆਈਡੀਆਜ਼ ਕਿੱਦਾਂ ਆਪਾਂ ਜਨਰੇਟ ਕਰਨੇ, ਕਿੱਦਾਂ ਆਈਲੈਟਸ ਦੇ ਵਿੱਚ ਸਕੋਰ ਕਰਨੇ, ਕੀ ਇਹਦੇ ਵਿੱਚ ਰੂਲ ਐਂਡ ਰੈਗੂਲੇਸ਼ਨ ਹੈ, ਕਿਵੇਂ ਆਪਾਂ ਪਲੇ ਕਰਨਾ, ਕਿਹੜੇ ਰੂਲ ਨੂੰ ਫੋਲੋ ਕਰਨਾ। ਤਾਂ ਆਓ ਦੇਖਦੇ ਹਾਂ ਵੀ ਇਹਦੀ ਜਿਹੜੀ ਸਟਾਰਟਿੰਗ ਹੈ ਉਹ ਕਿੱਥੋਂ ਹੋਊਗੀ। ਓਕੇ, ਸੋ ਸਭ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਆਪਾਂ ਰਾਈਟਿੰਗ ਦੀ ਟਾਸਕ ਦੇ ਵਿੱਚ ਸਕੋਰਸ ਲੈਣੇ ਆ। ਜਿਸ ਤਰ੍ਹਾਂ ਹੁਣੇ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਹੈ ਕਿ ਕ੍ਰਿਕਟ ਦੀ ਗੇਮ ਹੈ, ਕੋਈ ਵੀ ਗੇਮ ਹੈ, ਤਾਂ ਉਹਦੇ ਵਿੱਚ ਆਪਾਂ ਸਿੰਗਲ ਵੀ ਲੈ ਸਕਦੇ ਹਾਂ, ਡਬਲ ਵੀ ਲੈ ਸਕਦੇ ਹਾਂ, ਬਾਊਂਡਰੀ ਵੀ ਲਾ ਸਕਦੇ ਹਾਂ, ਰਾਈਟ। ਤਾਂ 4 ਵੀ ਹੋ ਸਕਦਾ, 6 ਵੀ ਹੋ ਸਕਦਾ, ਔਰ ਆਊਟ ਵੀ ਹੋ ਸਕਦੇ ਹਾਂ। ਆਪਾਂ ਜਿਮ ਜਾਂਦੇ ਹਾਂ ਆਪਾਂ, ਤਾਂ ਠੀਕ ਹੈ ਜੀ, ਇੱਕ ਐਕਸਰਸਾਈਜ਼ ਹੈ ਚੈਸਟ ਦੀ, ਤਾਂ ਚੈਸਟ ਦੀ ਇੱਕ ਮਸ਼ੀਨ ਹੀ ਨਹੀਂ ਹੁੰਦੀ, ਠੀਕ ਹੈ। ਸੋ ਡਿਫਰੈਂਟ ਮਸ਼ੀਨਸ ਹੈ, ਡਿਫਰੈਂਟ ਐਕਸਰਸਾਈਜ਼ਸ ਹੈ, ਜਿਹਦੇ ਨਾਲ ਆਪਾਂ ਚੈਸਟ, ਬਾਈਸੈਪ, ਸ਼ੋਲਡਰਸ ਨੂੰ ਡਿਵੈਲਪ ਕਰ ਸਕਦੇ। ਉਸੇ ਤਰੀਕੇ ਦੇ ਨਾਲ ਰਾਈਟਿੰਗ ਦੇ ਵਿੱਚ ਹੁਣ ਗੱਲ ਸਮਝਣ ਵਾਲੀ ਹੈ ਵੀ ਕਿਸ ਤਰੀਕੇ ਦੇ ਨਾਲ ਆਪਾਂ ਇਹਦੇ ਸਕੋਰਸ ਜਿਹੜੇ ਆ ਉਹ ਲੈਣੇ ਆ, ਸਿੰਗਲ ਕਦੋਂ ਲੈਣਾ, ਡਬਲ ਕਦੋਂ ਲੈਣਾ, ਔਰ ਬਾਊਂਡਰੀ ਕਦੋਂ ਮਾਰਨੀ ਆ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ। ਸੋ 4 ਚੀਜ਼ਾਂ ਜਿਹੜੀਆਂ ਤੁਹਾਨੂੰ ਧਿਆਨ ਰੱਖਣ ਵਾਲੀਆਂ ਵਾ ਕਿ ਰਾਈਟਿੰਗ ਦੇ ਵਿੱਚ ਇਹ 4 ਚੀਜ਼ਾਂ ਆਪਣੀਆਂ ਸਹੀ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਤੁਹਾਡੀ ਠੀਕ ਹੋਣੀ ਚਾਹੀਦੀ ਹੈ ਟਾਸਕ ਰਿਸਪੌਂਸ। ਹੁਣ ਦੇਖੋ, ਰਾਈਟਿੰਗ ਜਿਹੜੀ ਹੈ ਐਕੈਡੈਮਿਕ ਦੀ ਹੈ ਚਾਹੇ GT ਦੀ ਹੈ, ਦੇयर इज़ नो डिफरेंस। ਸਕੋਰਿੰਗ ਕਿੱਦਾਂ ਕਰਨੀ ਹੈ, ਠੀਕ ਹੈ, ਚਾਹੇ ਟੈਸਟ ਮੈਚ ਹੈ, ਚਾਹੇ ਰਾਈਟ 1 ਡੇ ਹੈ, ਚਾਹੇ T20 ਹੈ, ਸਾਰਿਆਂ ਸਿੰਗਲ ਡਬਲ ਹੁੰਦੇ ਹੀ ਹੁੰਦੇ। ਉਸੇ ਤਰੀਕੇ ਦੇ ਨਾਲ ਰਾਈਟਿੰਗ ਟਾਸਕ 1 ਹੈ, ਟਾਸਕ 2 ਹੈ, ਐਕੈਡੈਮਿਕ ਹੈ, ਚਾਹੇ GT ਦੀ ਹੈ, ਰੂਲ ਐਂਡ ਰੈਗੂਲੇਸ਼ਨਸ ਦੋਨਾਂ ਦੇ ਲਈ ਸੇਮ ਰਹਿਣਗੇ, ਠੀਕ ਹੈ ਜੀ। ਸੋ ਸਭ ਤੋਂ ਪਹਿਲੀ ਚੀਜ਼ ਟਾਸਕ ਰਿਸਪੌਂਸ। ਟਾਸਕ ਰਿਸਪੌਂਸ ਦਾ ਮਤਲਬ ਕਿ ਜੋ ਤੁਹਾਨੂੰ ਸਟੇਟਮੈਂਟ ਆਈ ਹੈ, ਗਿਵਨ ਹੈ, ਪ੍ਰੋਵਾਈਡਡ ਹੈ, ਉਹਦੇ ਵਿੱਚ ਜਿਹੜੇ ਤੁਸੀਂ ਸਾਰੇ ਪਾਰਟਸ ਆ ਉਹ ਤੁਸੀਂ ਐਡਰੈਸ ਕੀਤੇ। ਮੰਨ ਲਓ ਵੀ ਉਹਨਾਂ ਨੇ ਤੁਹਾਨੂੰ ਬੈਨੀਫਿਟ ਪੁੱਛੇ ਆ, ਉਹਨਾਂ ਨੇ ਤੁਹਾਨੂੰ ਡਰਾਬੈਕਸ ਪੁੱਛੇ ਆ, ਫਾਇਦੇ ਪੁੱਛੇ, ਨੁਕਸਾਨ ਪੁੱਛੇ ਆ, ਤੁਹਾਡਾ ਓਪੀਨੀਅਨ ਪੁੱਛਿਆ ਵੀ ਕੀ ਤੁਸੀਂ ਸਹਿਮਤ ਹੋ ਕਿ ਨਹੀਂ ਸਹਿਮਤ, ਮਤਲਬ ਹਰ ਗੱਲ ਦਾ ਜਵਾਬ ਤੁਸੀਂ ਦੇਣਾ। ਇਹ ਨਹੀਂ ਕਿਹਾ ਵੀ ਹਾਂਜੀ ਕੁਛ ਜਿਵੇਂ ਆਪਾਂ ਦੇਖਦੇ ਹਾਂ ਇੰਟਰਵਿਊਜ਼ ਵੀ ਉਹ ਪਰਸਨ ਜਿਹੜਾ ਵਾ ਰਿਪੋਰਟਰ ਕੋਈ ਕੁਐਸਚਨ ਹੋਰ ਪੁੱਛਦਾ, ਉਹ ਜਵਾਬ ਕੁਛ ਹੋਰ ਹੀ ਦੇ ਦਿੰਦੇ। ਇੱਦਾਂ ਨਹੀਂ ਕਰਨਾ। ਜੋ ਕੁਐਸਚਨ ਉਹਨਾਂ ਨੇ ਤੁਹਾਨੂੰ ਪੁੱਟ ਕੀਤਾ, ਇਕੱਲੀ ਚੀਜ਼ ਉਹਨਾਂ ਨੂੰ ਤੁਸੀਂ ਡਿਟੇਲ ਦੇ ਵਿੱਚ ਸਮਝਾਉਣੀ। ਸੈਕਿੰਡ, ਸ਼ੋਜ਼ ਕਲੀਅਰ ਓਪੀਨੀਅਨ। ਹਾਂਜੀ, ਤੁਹਾਡਾ ਓਪੀਨੀਅਨ ਇਸ ਟਾਸਕ ਦੇ ਵਿੱਚ ਕੀ ਹੈ, ਹਾਂਜੀ ਤੁਸੀਂ ਫੇਵਰ ਕਰ ਰਹੇ ਹੋ, ਨਹੀਂ ਫੇਵਰ ਕਰ ਰਹੇ, ਤੁਸੀਂ ਫਾਇਦੇ ਦੱਸ ਰਹੇ ਹੋ, ਤੁਸੀਂ ਨੁਕਸਾਨ ਦੱਸ ਰਹੇ ਹੋ, ਅਗਲੇ ਨੂੰ ਕਲੀਅਰ ਕੱਟ ਪਤਾ ਲੱਗ ਜਾਵੇ।
ठीक है जी ਤੁਹਾਡੇ ਪੈਰਾਗ੍ਰਾਫਿੰਗ ਚੋਂ। ਫਿਰ ਨਥਿੰਗ ਆਊਟ ਆਫ ਦਾ ਸਟੇਟਮੈਂਟ, ਮਤਲਬ ਜੋ ਆਪਣਾ ਕੁਐਸਚਨ ਸੀ ਇਹ ਨਾ ਹੋਵੇ ਵੀ ਕੁਐਸਚਨ ਕੁਝ ਹੋਰ ਹੈ ਤੇ ਤੁਸੀਂ ਕੁਝ ਹੋਰ ਹੀ ਲਿਖ ਕੇ ਆ ਗਏ, ਇਹ ਨਹੀਂ ਹੋਣਾ ਚਾਹੀਦਾ। ਪ੍ਰੋਪਰ ਐਂਡਿੰਗ, ਸੋ ਪ੍ਰੋਪਰ ਸਟਾਰਟ ਐਂਡ ਪ੍ਰੋਪਰ ਐਂਡਿੰਗ ਹੋਣੀ ਚਾਹੀਦੀ ਹੈ। ਇੰਟਰੋਡਕਸ਼ਨ ਤੋਂ ਲੈ ਕੇ ਕਨਕਲੂਜਨ ਤੱਕ ਤੁਸੀਂ ਹਰ ਸਟੇਟਮੈਂਟ ਦੇ ਪੱਖ ਨੂੰ ਇਲੈਬੋਰੇਟ ਕਰਨਾ ਡਿਫਰੈਂਟ ਪੈਰਾਗ੍ਰਾਫਸ ਦੇ ਵਿੱਚ। ਦਿਸ ਇਜ਼ ਨਾਓ ਮੂਵਿੰਗ ਟੂ ਸੈਕਿੰਡ, ਕੋਹੀਰੈਂਸ ਐਂਡ ਕੋਹੈਸ਼ਨ। ਇਹ ਥੋੜ੍ਹੇ ਜਿਹੇ ਡਿਫੀਕਲਟ ਵਰਡ ਹੈ, ਇਹਨਾਂ ਨੂੰ ਸਿੰਪਲ ਫਾਰਮ ਦੇ ਵਿੱਚ ਫਿਰ ਉਹ ਇੱਕ ਦੇਖੋ ਹੁਣ ਜਿਹੜੀਆਂ ਮੈਂ ਤੁਹਾਨੂੰ ਟਿਪਸ ਤੇ ਟ੍ਰਿਕਸ ਦੱਸੂਗਾ, ਠੀਕ ਹੈ ਜੀ। ਦੇਖੋ ਕਿਸੇ ਵੀ ਸਟੂਡੈਂਟ ਹੈ ਉਹਨੂੰ ਉਹਦੀ ਮਦਰ ਟੰਗ ਦੇ ਵਿੱਚ ਪੰਜਾਬੀ ਦੇ ਵਿੱਚ ਸਮਝਾ ਦਿਓ, ਇੱਕ ਵਾਰ ਸਮਝਾਉਣਾ ਪਊਗਾ, ਬਾਰ-ਬਾਰ ਸਮਝਾਉਣ ਦੀ ਉਹਨੂੰ ਲੋੜ ਨਹੀਂ। ਅੰਡਰਸਟੈਂਡਿੰਗ ਇਜ਼ ਬੈਟਰ ਦੈਨ ਰਿਮੈਂਬਰਿੰਗ, ਯਾਦ ਕਰਨ ਦੀ ਲੋੜ ਨਹੀਂ, ਸਮਝ ਲਓ। ਤਾਂ ਜੋ ਮੈਂ ਤੁਹਾਨੂੰ ਦਾਅ ਪੇਚ ਦੱਸੂਗਾ ਰਾਈਟਿੰਗ ਦੇ, ਆਈਲੈਟਸ ਦੇ, ਉਹ ਹਮੇਸ਼ਾ ਪੰਜਾਬੀ 'ਚ ਹੋਣਗੇ। ਕਿਉਂ? ਕਿਉਂਕਿ ਇੰਗਲਿਸ਼ 'ਚ ਮੈਂ ਸਮਝਾ ਤਾਂ ਦੇਵਾਂਗਾ ਬਟ ਤੁਹਾਨੂੰ ਫਿਰ ਵੀ ਕਿਤੇ ਨਾ ਕਿਤੇ 5-10% ਗੱਲ ਜਿਹੜੀ ਹੈ ਉਹ ਉਹਦੇ ਵਿੱਚ ਡਾਊਟ ਰਹਿ ਸਕਦਾ, ਗੱਲ ਘੱਟ ਸਮਝ ਲੱਗ ਸਕਦੀ। ਬਟ ਜੇ ਮੈਂ ਤੁਹਾਨੂੰ ਤੁਹਾਡੀ ਮਦਰ ਟੰਗ 'ਚ ਸਮਝਾਊਂਗਾ ਤਾਂ ਤੁਹਾਨੂੰ 100% ਉਹ ਚੀਜ਼ ਜਿਹੜੀ ਆ ਉਹ ਸਮਝ ਲੱਗੂਗੀ। ਸੋ ਇਹ ਜਿਹੜੀ ਚੀਜ਼ ਹੈ ਕੋਹੇਰੈਂਸ ਐਂਡ ਕੋਹੈਸ਼ਨ ਕੀ ਹੁੰਦੀ ਹੈ ਕਿ ਤੁਸੀਂ ਆਪਦੇ ਜਿਹੜੇ ਹੁਣ ਮੰਨ ਲਓ ਤੁਸੀਂ ਓਪੀਨੀਅਨ ਦਿੱਤਾ ਸੀ, ਜੋ ਆਈਡੀਆਜ਼ ਤੁਸੀਂ ਪ੍ਰੈਜ਼ੈਂਟ ਕਰਨੇ ਆ ਉਹਨਾਂ ਦਾ ਇੱਕ ਸਟਰਕਚਰ ਬਣਾਉਣਾ ਵਾ ਕਿ ਜਿਹੜੇ ਤੁਹਾਡੇ ਕੋਲੇ ਆਈਡੀਆਜ਼ ਆ, ਚਾਹੇ 2 ਆ ਚਾਹੇ 3 ਹੈ, ਉਹਨਾਂ ਨੂੰ ਆਰਡਰ ਵਾਈਜ਼ ਲਿਖਣਾ। 3 ਆਈਡੀਆ ਦੇ ਵਿੱਚੋਂ ਜਿਹੜਾ ਸਭ ਤੋਂ ਮੇਨ ਹੈ ਉਹ ਸਭ ਤੋਂ ਪਹਿਲਾਂ ਆਊਗਾ। ਕਲੀਅਰ? ਆਈਡੀਆਜ਼ ਆਰ ਪ੍ਰੈਜ਼ੈਂਟਡ ਇਨ ਆਰਡਰ, ਇਹ ਨਹੀਂਗਾ ਵੀ ਮੇਨ ਆਈਡੀਆ ਲੱਭਣਾ ਪਵੇ। ਸੋ ਜਿਸ ਤਰ੍ਹਾਂ ਆਪਾਂ ਮੈਰਿਜ ਫੰਕਸ਼ਨ 'ਚ ਜਾਂਦੇ ਹਾਂ, ਬਰਾਤ ਦੇ ਵਿੱਚ ਜਿਹੜੇ ਬਰਾਤੀ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਮੇਨ ਪਰਸਨ ਹੁੰਦਾ ਉਹ ਤੁਸੀਂ ਦੇਖਦੇ ਹੋ ਸਭ ਤੋਂ ਫਰੰਟ ਤੇ ਹੁੰਦਾ, ਠੀਕ ਹੈ। ਸੋ ਲਾੜਾ ਹੁੰਦਾ ਉਹ ਬਰਾਤ ਨੂੰ ਲੈ ਕੇ ਆਉਂਦਾ ਤਾਂ ਉਸ ਦਿਨ ਉਹ ਮੂਹਰੇ ਹੁੰਦਾ। ਤਾਂ ਆਪਣੇ ਐਸੇ ਦੇ ਵਿੱਚ ਵੀ ਸੇਮ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਮੇਨ ਪੁਆਇੰਟ ਹੈ ਉਹ ਸਭ ਤੋਂ ਪਹਿਲਾਂ ਲਿਖਣਾ, ਜੋ ਬਾਅਦ ਦੇ ਵਿੱਚ ਹੈ ਉਹ ਸੈਕਿੰਡ ਪੈਰਾਗ੍ਰਾਫ 'ਚ ਸੈਕਿੰਡ ਨੰਬਰ 'ਤੇ ਉਹ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜੇ ਆ, ਠੀਕ ਹੈ, ਤਾਂ ਹੁਣ ਤੁਸੀਂ ਆਪਦੀ ਸਪੋਰਟ ਦਿਖਾਉਣੀ ਹੈ ਵੀ ਕਿਵੇਂ। ਸੋ ਜੇ ਤੁਸੀਂ ਆਈਡੀਆ ਦੇ ਰਹੇ ਹੈ ਕੋਈ ਵੀ ਤਾਂ ਉਹਨੂੰ ਸਪੋਰਟ ਤੁਸੀਂ ਵਿਦ ਐਗਜ਼ਾਮਪਲ ਦੇਣੀ ਹੈ, ਤਾਂ ਅਗਲੇ ਨੂੰ ਉਦਾਹਰਨ ਦਿਓ। ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਆਪਣਾ ਜਿਹੜਾ ਪ੍ਰਿੰਸੀਪਲ ਹੈ, ਤਾਂ ਆਪਣੇ ਵਲੌਗਸ ਦੇ ਵਿੱਚ ਮੇਰੀ ਟੀਚਿੰਗ ਦੇ ਵਿੱਚ ਤੁਹਾਡੇ ਕੋਲੇ ਹੰਡਰਡਸ ਆਫ ਐਗਜ਼ਾਮਪਲਸ ਆ ਜਾਣਗੀਆਂ ਜਿਹੜੀਆਂ ਤੁਸੀਂ ਕਿਸੇ ਵੀ ਆਈਡੀਏ ਨੂੰ ਸਪੋਰਟ ਕਰਨ ਦੇ ਵਿੱਚ ਯੂਜ਼ ਕਰ ਸਕਦੇ ਆ। ਤਾਂ ਜਿਵੇਂ ਹੁਣ ਸਾਈਕਲ ਵੀ ਆਪਾਂ ਮਾਰਕੀਟ 'ਚੋਂ ਲੈਂਦੇ ਆ ਤਾਂ ਸਾਈਕਲ ਦੇ ਵਿੱਚ ਵੀ ਅਗਲੇ 2 ਸਪੋਰਟਾਂ ਫ੍ਰੀ ਦੇ ਦਿੰਦੇ ਆ। ਕਲੀਅਰ? ਸੋ ਉਸੇ ਤਰੀਕੇ ਦੇ ਨਾਲ ਜੇ ਤੁਸੀਂ ਕੋਈ ਵੀ ਆਈਡੀਆ ਦੇਣਾ ਤਾਂ ਆਈਡੀਏ ਦੇ ਨਾਲ ਤੁਹਾਨੂੰ ਵੀ ਸਪੋਰਟ ਐਗਜ਼ਾਮਪਲ ਦੇ ਨਾਲ ਦੇਣੀ ਪਊਗੀ। ਸੋ ਆਪਣੇ ਵਲੌਗਸ ਦੇਖਣ ਤੋਂ ਬਾਅਦ ਤੁਹਾਡੇ ਕੋਲੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਐਗਜ਼ਾਮਪਲਸ ਹੋਣਗੀਆਂ। ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਚੀਜ਼ ਸਮਝਾਉਣਾ ਉਵੇਂ ਤੁਸੀਂ ਅੱਗੇ ਜਾ ਕੇ ਸਮਝਾ ਦੇਣੀ ਹੈ। ਆਈਲੈਟਸ ਦਾ ਐਗਜ਼ਾਮ ਕਲੀਅਰ ਓਕੇ, ਐਕਸਟੈਂਡਡ ਐਂਡ ਸਪੋਰਟਡ ਹੋ ਗਏ। ਫਿਰ ਜਿਹੜੀ ਕੋਹੇਸ਼ਨ ਹੁੰਦੀ ਹੈ ਉਹ ਹੁੰਦਾ ਜੀ ਉਹਨੂੰ ਜਿਹੜੇ ਆਈਡੀਆਜ਼ ਆ ਉਹਨੂੰ ਲਿੰਕ ਕਰਨਾ। ਦੇਖੋ ਹੁਣ ਕੋਈ ਵੀ ਚੀਜ਼ ਹੈ ਉਹਦੇ ਵਿੱਚ ਮਤਲਬ ਮੋਟਰਸਾਈਕਲ, ਸਾਈਕਲ ਦੀ ਚੇਨ ਹੈ ਜਿਹੜੀ, ਤਾਂ ਉਹਦੇ ਵਿੱਚ ਲਿੰਕ ਪੈਦਾ ਕਰਨਾ ਪੈਂਦਾ, ਉਹਨੂੰ ਜੋੜਨਾ ਪੈਂਦਾ। ਤਾਂ ਜੋ ਤੁਸੀਂ ਗੱਲ ਕਰ ਰਹੇ ਹੋ, ਇੱਕ ਸੈਂਟੈਂਸ ਤੁਸੀਂ ਲਿਖਿਆ, ਦੂਸਰੇ ਸੈਂਟੈਂਸ ਨੂੰ ਕੜੀ, ਮਤਲਬ ਇੱਕ ਕੜੀ ਬਣਾਉਣੀ ਪੈਣੀ ਆ, ਤਾਂ ਉਹਦੇ ਨਾਲ ਉਸ ਚੀਜ਼ ਨੂੰ ਜੋੜਨਾ ਪੈਣਾ। ਫਿਰ ਅਗਲੀ ਕੜੀ, ਅਗਲਾ ਸੈਂਟੈਂਸ, ਤਾਂ ਅਗਲੇ ਸੈਂਟੈਂਸ ਨਾਲ ਇਹਦਾ ਜੋੜਨਾ ਪੈਣਾ। ਅਗਲਾ ਸੈਂਟੈਂਸ ਇੱਦਾਂ ਜੋੜਨੇ ਪੈਣੇ। ਕਿਤੇ ਜੋੜ ਪਾਉਣਾ ਪੈਂਦਾ ਔਰ ਕਿਤੋਂ ਇੱਕ ਜਗ੍ਹਾ ਤੋਂ ਜੋੜ ਜਿਹੜਾ ਵਾ ਉਹ ਆਪਾਂ ਨੂੰ ਕੱਟਣਾ ਪੈਂਦਾ। ਸੋ ਜੋੜਨ ਵਾਲੇ ਵਰਡ ਵੀ ਚਾਹੀਦੇ ਆ ਆਪਾਂ ਨੂੰ ਔਰ ਕੱਟਣ ਵਾਲੇ ਵਰਡ ਵੀ ਚਾਹੀਦੇ ਆ। ਜਿਸ ਤਰ੍ਹਾਂ ਆਲਦੋ ਵਰਡ ਹੋ ਗਿਆ, ਡਿਊ ਟੂ ਹੋ ਗਿਆ, ਰਾਈਟ, ਕੌਨਸੀਕੁਐਂਟਲੀ ਹੋ ਗਿਆ, ਦੇਅਰਫੋਰ ਹੋ ਗਿਆ, ਵਾਈਲ ਹੋ ਗਿਆ, ਬਟ ਹੋ ਗਿਆ। ਇਹ ਸਾਰੇ ਵਰਡਸ ਜਿਹੜੇ ਆ ਇਹ ਤੁਹਾਡੀ ਰਾਈਟਿੰਗ ਦੇ ਵਿੱਚ ਦਿਖਣੇ ਚਾਹੀਦੇ। ਦੇਖੋ ਜ਼ਮਾਨਾ ਅੱਜ ਕੱਲ੍ਹ ਸ਼ੋ ਆਫ ਦਾ, ਜਿਹੜੀ ਚੀਜ਼ ਦਿਖਤੀ ਹੈ ਉਹ ਵਿਕਤੀ ਹੈ, ਠੀਕ ਹੈ। ਸੋ ਤੁਹਾਨੂੰ ਦਿਖਾਉਣੇ ਪੈਣੇ ਆ। ਵੈਸੇ ਸਟੂਡੈਂਟਸ ਜਿਹੜੇ ਆ ਨਾ, ਦੇਖੋ 5 ਜਾਂ 5.5 ਬੈਂਡ ਵਾਲੇ ਜਿਹੜੇ ਸਟੂਡੈਂਟ ਹੈ ਨਾ, ਉਹਨਾਂ 'ਚ ਕੀ ਪ੍ਰੋਬਲਮ ਆਉਂਦੀ ਹੈ, ਉਹਨਾਂ ਨੂੰ ਪਤਾ ਹੁੰਦੇ ਆ ਸਾਰੇ ਬਟ ਦੇ ਆਰ ਅਨਏਬਲ ਟੂ ਐਕਸਪ੍ਰੈਸ ਦੈਮ। ਤਾਂ ਉਹਨਾਂ ਨੂੰ ਐਕਸਪ੍ਰੈਸ ਕਰਨਾ ਆਉਂਦਾ ਨਹੀਂ, ਜਾਂ ਜਿਸ ਦਿਨ ਮੌਕਾ ਹੁੰਦਾ, ਉਹਨਾਂ ਦਾ ਦਿਨ ਹੁੰਦਾ ਵੀ ਅੱਜ ਐਗਜ਼ਾਮ, ਅੱਜ ਤੁਸੀਂ ਪਰਫਾਰਮ ਕਰਨਾ ਜਾ ਕੇ, ਉੱਥੇ ਜਾ ਕੇ ਉਹਨਾਂ ਦੇ ਫਿਊਜ਼ ਉੱਡ ਜਾਂਦੇ, ਉੱਥੇ ਜਾ ਕੇ ਉਹਨਾਂ ਦਾ ਫੋਬੀਆ ਹੈਵੀ ਹੋ ਜਾਂਦਾ, ਉੱਥੇ ਜਾ ਕੇ ਡਰ ਜਾਂਦੇ। ਤਾਂ ਇਹ ਸਾਰੇ ਡਿਊ ਟੂ ਆਲਦੋ ਹਾਊਐਵਰ ਭੁੱਲ ਜਾਂਦੇ। ਤਾਂ ਇਹ ਹੈ ਇੱਕ ਹਿੱਸਾ। ਕਲੀਅਰ? ਲਿੰਕਰਸ ਹੋ ਗਏ ਔਰ ਆਪਦੇ ਆਈਡੀਆਜ਼ ਨੂੰ ਤੁਸੀਂ ਆਰਗੇਨਾਈਜ਼ ਕਰਨਾ। ਨੰਬਰ ਮੇਨ ਜਿਹੜਾ ਵਾ ਨੰਬਰ 1, ਉਸ ਤੋਂ ਜਿਹੜਾ ਮੇਨ ਆ ਉਹ ਸੈਕਿੰਡ, ਫਿਰ ਫਾਈਨਲ ਤੇ ਥਰਡ ਪੁਆਇੰਟ, ਠੀਕ ਹੈ ਜੀ। ਸੋ ਇਹਨਾਂ ਨੂੰ ਤੁਸੀਂ
एक्सटेंड करना है, सपोर्ट करना और जोड़ जोड़ के इदा सेंटेंस लिखने ये ने जिस तरह एग्जांपल दे दी ही है ना माय बेस्ट फ्रेंड ही इज़ वेरी इंटैलीजेंट ही इज़ वेरी स्मार्ट ही इज़ वेरी ऑनेस्ट राइट ही इज़ वेरी डाउन टू अर्थ पर्सन। तो मतलब ये सारे सेंटेंसिस अलग अलग है, ये कोई भी तुसी सपोर्ट नहीं की, कोई भी चीज़ की तुसी एग्जांपल नहीं दी। तो जे तुसी कह रहे हैं कि माय फ्रेंड इज़ ट्रस्ट वर्दी, मेरा फ्रेंड जो ट्रस्ट वर्दी है, किवें बई कोई एग्जांपल दो, कोई सपोर्ट करो, फिर मैनू यह पता लगूगा भी वाकई ये परसन ट्रस्टवर्दी है, ऐ नहीं मनना किसी। क्लीयर हो गया जी, ये हो गया कोहेरेंस एंड कोहेशन, दोनों नू जोड़। मूविंग टू आवर थर्ड पॉइंट, लैक्सिकल रिसोर्स। तो हम वर्ड फिर न्यू है राइट, यही वोकैबलरी है। पहला रीडिंग करो, तुसी हुण रीडिंग कर रहे हैं, बोर्ड तो वर्ड पढ़ रहे हो, तो रीडिंग ने राइटिंग इंप्रूव करनी है। तो इकल्ला वर्ड भी तुसी यूज़ कर सकते हैं किसी भी टाइम। तो ये आपस के सारे सनानियां भी हैं, जो थले लिखे हैं आ वाले ये आपस के कह लो भी सगे भरा। हुण वट इज़ लैक्सिकल रिसोर्स? लैक्सिकल रिसोर्स की होंगे हैं कि हाँ जी तुसी एक चीज़ कहनी है तो तुहाडे कोल कितने डिफरेंट वेज है उस चीज़ को प्रेजेंट करते। मान लो कि आई बिलोंग टू मोगा सिटी, एक वे हो गया। आई एम इनहैबिटेंट ऑफ सिटी मोगा, आई एम डवेलर ऑफ सिटी मोगा, मोगा इज़ माई होम टाउन। तो डिफरेंट वेज, मतलब 4-5 वेज हो गए अपन प्रेजेंटेशन, ठीक है। सो डिफरेंट तरीके के नाल तुहानूं प्रेजेंट करनी पऊगी एक ही चीज़। की तुहाडे कोल ये स्किल है कि तुसी ये चीज़ बदल के कर सकते हैं। तो ये है जी अपना थर्ड पॉइंट, लैक्सिकल रिसोर्स। ये तुसी अपनी वोकैबलरी शो करनी है, डिफरेंट फॉर्मल वर्ड्स तुसी शो करने हैं, जिस तरह इंफ्रास्ट्रक्चर हो गया राइट, अडॉप्ट हो गया राइट, अकम्पलिश हो गया, एक्वायर हो गया। इदां दे जिहड़े वर्ड्स आ वोकैबलरी हैवी वर्ड तुहानूं 10 to 12 ये फिट करने पैणे। अनकॉमन वर्ड्स, वर्ड फॉर्मेशन। देखो समटाइम्स सारे स्टूडेंट जोड़े हैं ना तो वो डिफरेंट हर वर्ड को टोटली चेंज करना पसंद करते, भी बिल्कुल टोटली चेंज कर दी। कई बार टोटली वर्ड को चेंज करना इज़ नॉट कॉल्ड वोकैबलरी। इंग्लिश के कई वर्ड्स इदां दे आ कि जिन्हां दे सिनोनिम्स नहीं है, उन्होंने सिनोनिम है ही नहीं गे, तो वो एज इट इज़ ही यूज़ करने पैंदे हैं। बट कई बार तुसी वर्ड के अगेतर पिछेतर प्रीफिक्स सफिक्स जिन्होंने आप कहने हैं पंजाबी के अगेतर पिछेतर जिवें होंदे आ, तो जे तुसी उन्होंं किते ऐड करते हो या उन्होंने रिमूव करते हो तो वो जिहड़ा वर्ड आ वो डिफरेंट बन जाता है। एग्जाम्पल दे दें तुहानूं, जिस तरह एक वर्ड है डिवेल्प। डिवेल्प मतलब कोई भी चीज़ को विकसित करना। तो जे हुण आपां इहदे पिछे कुछ ऐड ऑन कर दईए, डिवेल्प का डिवेलपमेंट कर दिए, तो ये भी वोकैबलरी ही कहलाऊगी कि हाँ जी स्टेटमेंट दे विच तुहानूं डिवेल्प दिता सी, तुसीं उहदा डिवेलपमेंट करता। ये है वर्ड फॉर्मेशन, ये भी वोकैबलरी दे विच ही आउंदा। ज़्यादातर स्टूडेंट की करते हैं भी जो स्टेटमेंट दे विच सर उन्होंने वर्ड दिते हैं असीं वो बिल्कुल यूज़ नहीं करते। ये भी किते ना किते रॉन्ग अप्रोच है आईलैट्स नूं, ठीक है जी, कंसिडर करते हैं जो आप हाई स्कोरिंग दे विच। तो तुसी ये ना सोचो भी आप टोटली वर्ड को चेंज कर देना वा, तुसी उहदी वर्ड फॉर्मेशन भी जिहड़ी आ वो चेंज कर सकते। जे तुहानूं उन्होंने डिवेलपमेंट दिता तो डिवेलपमेंट का तुसी डिवेल्प यूज़ कर लो, डिवेलपिंग यूज़ कर लो, डिवेल्पड यूज़ कर लो। मतलब जे प्रेजेंट तो परफेक्ट दे विच थर्ड फॉर्म दे विच चेंज कर दो, या उहदे नाल ING या अगेतर पिछेतर कोई भी उहदे नाल यूज़ होंदा तो वो तुसी यूज़ कर सकते। क्लीयर, ये सी अपना जी थर्ड लैक्सिकल रिसोर्स। मूविंग टू फोर्थ पॉइंट, मूविंग टू फोर्थ एंड फाइनल पॉइंट, दैट इज़ ग्रामेटिकल रेंज एंड एक्यूरेसी। तो ग्रामेटिकल रेंज ग्रामर दे विच की आउंदा, सिर्फ टेंस नहीं आउंदे, ठीक है। सो प्रेजेंट टेंस, पास्ट टेंस, फ्यूचर टेंस कल्ले यही नहीं आउंदे। ग्रामर दे विच काफ़ी कुछ, जिस तरह एक्टिव एंड पैसिव फॉर्मेशन ये हो गया। मोडाल्स, मोडाल्स मतलब यूसेज ऑफ कैन, शुड, ऑट टू, मस्ट, इस तरीके के जो वर्ड्स आ हैव टू, इदां दे तुसीं यूज़ करने। ये सारा कुछ आपां थोड़ा जिहा डिटेल दे विच अगे दी अगे डिस्कस करांगे, बट अज आपां सिर्फ इंट्रोडक्शन जी है वो समझ रहे हैं कि स्कोर्स जोड़े आ वो किवें लैने हैं, कदों आप सिंगल लैना, कदों डबल लैना और कदों आप बाउंड्री मारनी है, ये समझ रहे हैं। हर कल्ली कल्ली चीज़ ते तुहानूं डिटेल दे विच समझाया जाऊगा,
अपकमिंग व्लॉग्स। ग्रामेटिकल रेंज, एक्टिव पैसिव, मोडाल्स हो गए, कैन, कुड, शुड। फिर कॉम्पलैक्स सेंटेंसिस आ गए। कॉम्पलैक्स सेंटेंसिस वो होंगे है जिन्होंने आपां एक सबजैक्ट तो ज़्यादा सबजैक्ट की गल करते हैं, मतलब सेंटेंस एको ही है, वो आप चिल्ड्रन के बारे भी दस रहे हैं, वो पेरेंट्स भी आ गए तो वो टीचर्स भी आ गए। एको सेंटेंस मतलब वो लेंथ जी काफ़ी लेंथी तुहानूं सेंटेंसिस बनाने पैणगे। इत्थों पता लगूगा भी हाँ जी तुहाडी जिहड़ी ग्रामेटिकल रेंज है वो काफ़ी ज़्यादा है। तो जे तुहाडी रेंज वधूगी तो फिर तुहाडे स्कोर वधणगे और फिर तुसीं कैनेडा जाके इस रेंज नूं रेंज रोवर च कन्वर्ट कर सकते हैं। अदरवाइज़ ये रेंज अपनी घटी जानी है, जिवें अपने फोन के टावर घटते रहते हैं, ठीक है। सो ये तुसीं 4 टावर समझो, 4 टावरां दे विचों जे इदां इदां रेंज घटी गई तो अपने रेंज रोवर वाले सुपने अधूरे ही रह जाने। क्लीयर है जी। सो मोडाल्स, कॉम्पलैक्स सेंटेंसिस। फिर आगे जी पंक्चुएशन, जिहड़ी हुण एक्यूरेसी है, निशाने तुसीं किसी नूं भी कहोगे अगला निशाने ला लूगा, ठीक है जी। अखां बंद करके निशाने जितों मर्जी ला लो, बट विनर उही हुंदा जिहड़ा एक्यूरेट लावे, बिल्कुल, ठीक है जी। अर्जन वांगू निशाने लाने पैने हैं, ठीक है जी। उस मच्छी उस फिश की अख दे विच निशाना आपां नूं लाउणा पैना। तो यह एक्यूरेसी मतलब ग्रामर जिहड़ी है उहदे विच एक्टिव, पैसिव, प्रेजेंट टेंस, पास्ट टेंस तुसीं बड़े एक्यूरेट तरीके दे नाल लिखने पैने हैं। फिर जे तुसीं एक्यूरेसी लभ लैंदे घट तो घट तुहाडे 6 बैंड पक्के। सिंपल इंग्लिश दे विच तुसीं ऐसे लिखिओ 260 270 वर्ड्स दे विच ऐसे लिखिओ और उहदे विच एग्जामिनर नूं एक भी गलती ना मिले 6 बैंड पक्के। पर जे एक या 2 तो वध गलतियां तुहाडे सारे राइटिंग च हो जांदियां, ग्रामर की गलती है, ठीक है जी, किते तुहाडे वोकैबलरी दे वर्ड गलत लिखते तुसीं उस ऐसे दे विच, ठीक है, इन्हां चों कुछ गलत करता, इन्हां चों कुछ गलत करता। जे ये गलतियां आ गईयां तो फिर 5.5 आउणगे, जे गलतियां वध गईयां तो फिर 5 रह जाते हैं। तो आपकी एक्यूरेसी लभो जिन्ना तुहाडा लैवल है। देखो हुण तुसीं 10th +2 दे विच हर स्टूडेंट ने 95% स्कोर नहीं किया, तुहाडा जिहड़ा वो लैवल है जे वो 60% ते है तो तुसीं इहदे विच भी 60-70% आपदे मार्क्स लो तो क्लीयर करो तो जाओ, ठीक है। 8 बैंड की कोशिश ना करो, ठीक है। तुसीं आपदे लैवल के हिसाब नाल स्कोर करो, ठीक है जी। तो उस नाल आईलैट्स एग्जाम क्लीयर करो, एक्यूरेसी लभो। फिर आ गई जी पंक्चुएशन। पंक्चुएशन मीनस कॉमा, फुल स्टॉप, ब्रैकेट कदों पाउणा, कैपिटल, स्मॉल कदों पाउणा, तो ये भी अगले नूं गलती ना मिले। तो कई स्टूडेंट जिहड़े आ उन्होंने कॉमे फुल स्टॉप पता ही नहीं कदों पाउणा, कित्थे पाउणा, कुछ नहीं पता। तो ये इत्थे तुसीं रन आउट हो जाना। तो ये आपदे तुसीं हुण वीक पॉइंट लभी चलो, कित्थे कित्थे मैं आउट होना सर, ये तुहानूं पता होना चाहिए, क्योंकि यू आर योर बेस्ट जज। तुहानूं सब तो बेस्ट जज कौन कर सकता, वो तुसीं आप ही हैं। डॉक्टर नूं बाद च पता लगता है कि पेशेंट ठीक हो रहा कि नहीं, पहला पेशेंट नूं पता लगता भी मैं ठीक हो रहा। सो टीचर नूं बाद च पता लगता बच्चे की इंप्रूवमेंट, पहला बच्चे नूं पता होंदा भी मैं इंप्रूव कर रहा कि नहीं कर रहा। तो अपने 2 व्लॉग्स तो बाद बड़े सारे स्टूडेंट जो सैटिस्फाई होए हैं और वो कह रहे हैं कि सर ये चीज़ां असीं एग्जाम पहलां दिता, 2 मंथ 3 मंथ असीं ट्रेनिंग लई है, बट ये गल्लां सानूं उदों नहीं पता लगियां जिहड़ियां सानूं सिर्फ 1 या 2 व्लॉग देख के तुहाडे पता लग गई। तो तुसीं देखी जाओ भी अगे अपना जिहड़ा कंटेंट है वो ऑटोमैटिकली तुहानूं घरे बैठे सारा तुहाडी आईलैट्स जिहड़ी आ वो क्लीयर हो जाऊगी। पंक्चुएशन, फिर स्पैलिंग्स। तो हुण स्पैलिंग्स बिल्कुल रॉन्ग नहीं होने चाहिए। देखो टू एरर इज़ ह्यूमन, इंसान गलतियां दा पुतला। एक अद्धे फुल स्टॉप कॉमा, एक अद्धे स्पैलिंग के नाल कोई एडा ज़्यादा फर्क नहीं पैंदा, बट वो स्पैलिंग तुहाडी मिसटेक है, बट अगले नूं गल समझ आ रही है तुहाडी, ठीक है। स्पैलिंग गलत है बट वो समझ आ रही है वह चीज़, तो एक अद्धे स्पैलिंग चल जाएंगे। बट जे हुण तुसीं इन्ने वर्ड्स मान लो लिखे हैं, एक पैराग्राफ लिखे, ये 8-8 वर्ड रॉन्ग हो गए हैं, तो फिर नहीं, 1-2 वर्ड चल सकते। सो ये सीगे जी 4 तरीके जितों आप स्कोर लेने हैं। तो हुण तुसीं आपदे वीक पॉइंट देखो कित्थे कित्थे। इकल्ली चीज़ नूं आपां डिटेल दे विच समझावांगे। ये सिर्फ अज इन्हां दे नाल जान पहचान करनी सी भी इन्हां चीज़ां दे तुसीं खास ख्याल रखना जिथे तुहाडा एक्सीडेंट। फर्दर टू द सिलेबस ऑफ आईलैट्स। तो हुण आपां सिलेबस की गल करते हैं भी आईलैट का जिहड़ा सिलेबस आ वो की है। राइटिंग तुहानूं आइडियाज़ चाहिए,
ਸਪੀਕਿੰਗ ਦੇ ਟਾਈਮ ਤੁਹਾਨੂੰ ਆਈਡੀਆਜ਼ ਚਾਹੀਦੇ ਆ, ਬਟ ਆਈਡੀਆਜ਼ ਚਾਹੀਦੇ ਕਿਹਦੇ ਬਾਰੇ, ਕਿਹੜੇ ਉਹ ਟੌਪਿਕਸ ਹੈ ਜਿਨ੍ਹਾਂ ਦੇ ਰਿਲੇਟਡ ਤੁਹਾਨੂੰ ਆਈਡੀਆਜ਼ ਚਾਹੀਦੇ ਆ। ਤਾਂ ਹੁਣ ਆਪਾਂ ਉਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਾਈਏ ਕਿ ਕਿਹੜੇ ਕਿਹੜੇ ਉਹ ਟੌਪਿਕਸ ਆ। ਆਈਡੀਆਜ਼ ਰਿਕੁਆਇਰਡ ਫॉर 20 to 24 ਯੂਨਿਟਸ। ਤਾਂ ਦੇਖੋ ਯੂਨਿਟ 20 to 24 ਹੈ, ਸਿਲੇਬਸ ਸਮਝੇ ਜੀ। 20 to 24 ਯੂਨਿਟ ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਐਡਵਰਟੀਜ਼ਮੈਂਟਸ, ਐਡਸ, ਐਨੀਮਲਸ, ਬਿਲਡਿੰਗਸ, ਬਿਜ਼ਨਸ, ਕ੍ਰਾਈਮ, डाइट, एजुकेशन, फूड, फैमिली, फ्रेंड्स, गवर्नमेंट, हेल्थ, इन्वायरमेंट एंड सो ऑन। इदा कर करा के 20 to 24 यूनिट्स है। एवरी यूनिट कंसिस्ट मैनी टॉपिक्स। हुण एक टॉपिक दे अंडर 40 स्टेटमेंट्स आ सकदियां तुहानूं। यूनिट मान लो एडवरटीजमेंट्स है। ਐਡਵਰਟੀਜ਼ਮੈਂਟ ਦੇ ਵਿੱਚ ਜਦੋਂ ਤੁਸੀਂ ਪ੍ਰੈਪਰੇਸ਼ਨ ਕਰੋਗੇ ਤਾਂ ਇਹਦੇ ਵਿੱਚ 20-30 ਸਟੇਟਮੈਂਟਸ ਅਲੱਗ-ਅਲੱਗ ਹੈ। ਕਿਤੇ ਤੁਹਾਨੂੰ ਫਾਇਦੇ ਪੁੱਛ ਸਕਦੇ ਆ, ਕਿਤੇ ਨੁਕਸਾਨ ਪੁੱਛ ਸਕਦੇ ਆ, ਕਿਤੇ ਤੁਹਾਨੂੰ ਐਗਰੀ ਡਿਸਐਗਰੀ ਪੁੱਛ ਸਕਦੇ ਆ ਵੀ ਹਾਂਜੀ ਕੀ ਤੁਸੀਂ ਇਹਦੇ ਨਾਲ ਸਹਿਮਤ ਹੋ, ਕਿਤੇ ਤੁਹਾਨੂੰ ਕਾਰਨ ਪੁੱਛਣਗੇ ਵੀ ਹਾਂਜੀ ਕਿਉਂ ਇਹ ਐਡਵਰਟੀਜ਼ਮੈਂਟ ਜਿਹੜੀ ਆ ਵਾ ਫੇਮਸ ਹੈ। ਬੱਚਿਆਂ ਦੇ ਐਡਵਰਟੀਜ਼ਮੈਂਟਸ ਬਣ ਰਹੀਆਂ ਵਾ, ਤੁਹਾਨੂੰ ਕੀ ਲੱਗਦਾ ਇਹ ਬੈਨ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ। ਇੱਦਾਂ 20 ਸਟੇਟਮੈਂਟਸ ਤੁਹਾਨੂੰ ਉਹ ਤਿਆਰ ਕਰ ਸਕਦੇ ਆ ਡਿਫਰੈਂਟ। ਜਿਸ ਤਰ੍ਹਾਂ ਹੁਣ ਆਪਾਂ ਸਬਜ਼ੀ ਇੱਕ ਬਣਾਉਣੇ ਆ, ਜਿਸ ਤਰ੍ਹਾਂ ਆਲੂ ਲਾ ਲਓ, ਤਾਂ ਹੁਣ ਆਲੂ ਕਿਸੇ 'ਚ ਵੀ ਪੈ ਜਾਂਦੇ, ਠੀਕ ਹੈ ਜੀ। ਮਟਰ ਆ ਤਾਂ ਪਾ ਲਓ, ਜੇ ਗੋਭੀ ਬਣਾਉਣੀ ਹੈ ਤਾਂ ਪਾ ਲਓ। ਤਾਂ ਚੀਜ਼ ਇੱਕ ਹੀ ਆ ਬਟ ਡਿਫਰੈਂਟ ਸਬਜ਼ੀਆਂ ਦੇ ਵਿੱਚ ਤੁਸੀਂ ਉਹਨੂੰ ਯੂਜ਼ ਕਰ ਸਕਦੇ। ਉਸੇ ਤਰੀਕੇ ਦੇ ਨਾਲ ਇਹ ਟੌਪਿਕਸ ਹੈ। ਯੂਨਿਟ ਇੱਕ ਹੈ ਬਟ ਉਹ ਤੋਂ ਟੌਪਿਕ ਜਿਹੜੇ ਆ ਬੜੇ ਤਿਆਰ ਹੋ ਜਾਂਦੇ ਆ। ਐਸੇ ਸਟੇਟਮੈਂਟਸ ਕੁਡ ਬੀ 400, 500, 800, 1000। ਤਾਂ ਹੁਣ ਜੇ ਇੱਕ ਮੰਨ ਲਓ ਐਜੂਕੇਸ਼ਨ ਟੌਪਿਕ ਹੈ, ਐਜੂਕੇਸ਼ਨ ਟੌਪਿਕ ਬਹੁਤ ਵੱਡਾ। ਇਨਵਾਇਰਮੈਂਟ ਟੌਪਿਕ ਜਿਹੜਾ ਵੈਰੀ ਇੰਪੋਰਟੈਂਟ, ਬਹੁਤ ਵੱਡਾ ਇਨਵਾਇਰਮੈਂਟ ਟੌਪਿਕ ਹੈ। ਹੁਣ ਤੁਸੀਂ ਆਪ ਸੋਚੋ ਵੀ ਇਨਵਾਇਰਮੈਂਟ ਦੇ ਵਿੱਚ ਏਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਨੋਇਜ਼ ਪੋਲਿਊਸ਼ਨ, ਸੋਇਲ ਪੋਲਿਊਸ਼ਨ, ਕਿੰਨਾ ਕੁਛ ਹੈ, ਗਲੋਬਲ ਵਾਰਮਿੰਗ, ਕਲਾਈਮੇਟ ਚੇਂਜ, ਕਿੰਨਾ ਕੁਛ ਹੈ। ਤਾਂ ਇਹ ਵੈਰੀ ਇੰਪੋਰਟੈਂਟ ਟੌਪਿਕ ਹੈ ਕਿਉਂਕਿ ਇਹ ਕਾਫੀ ਯੂਨਿਟ ਵੱਡਾ ਹੈ। ਤਾਂ ਇਹਦੇ ਵਿੱਚ ਸਟੇਟਮੈਂਟ ਤੁਸੀਂ ਆਪ ਦੇਖ ਲਓ ਵੀ ਕਿੰਨੀਆਂ ਤਿਆਰ ਹੋ ਜਾਣਗੀਆਂ। ਤਾਂ ਹੁਣ ਨੈਕਸਟ ਸਟੈਪ ਆਪਣਾ ਹਾਰਡ ਵਰਕ ਵਰਸਸ ਸਮਾਰਟ ਵਰਕ। ਤਾਂ ਹੁਣ ਤੁਸੀਂ ਹਾਰਡ ਵਰਕ ਸਾਰੀ ਉਮਰ ਕਰਨਾ ਕਿ ਪਹਿਲਾਂ ਤੁਸੀਂ ਥੋੜ੍ਹੀ ਜਿਹੀ ਮਿਹਨਤ ਕਰਨੀ, ਸਟਰਗਲ ਕਰਨੀ ਆ, ਉਦੋਂ ਹਾਰਡ ਵਰਕ ਕਰਕੇ ਤੁਸੀਂ ਫਿਰ ਜੰਪ ਕਰਨਾ ਇਨਟੂ ਸਮਾਰਟ ਵਰਕ। ਤਾਂ ਇਹਦੀ ਹੁਣ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਫਿਰ ਦੇ ਦਈਏ। ਜਿਸ ਤਰ੍ਹਾਂ ਇੱਕ ਲੇਬਰ ਸਾਰੀ ਉਮਰ ਜੇ ਲੇਬਰ ਹੀ ਕਰਦੀ ਰਹੂਗੀ ਤਾਂ ਵਿਚਾਰੇ ਹਾਰਡ ਵਰਕ ਤਾਂ ਬਹੁਤ ਕਰਦੇ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਉਹਨਾਂ ਨੇ ਹਾਰਡ ਵਰਕ ਕਰਨਾ, ਸਾਰੀ ਉਮਰ ਕਰਨਾ। ਬਟ ਉਹ ਸਾਰੀ ਉਮਰ ਦੂਜਿਆਂ ਦੀਆਂ ਕੋਠੀਆਂ ਤਾਂ ਪਾ ਸਕਦੇ ਆ, ਪਰ ਆਪਦੀ ਕੋਠੀ ਉਹ ਸਾਰੀ ਉਮਰ 'ਚ ਇੱਕ ਮਸਾਂ ਤਿਆਰ ਕਰਨਗੇ। ਸਾਰੀ ਉਮਰ 'ਚ ਕੀ ਕੀਤਾ ਉਹਨਾਂ ਨੇ? ਹਾਰਡ ਵਰਕ। ਬਟ ਕੋਈ ਕੰਮ ਸਿੱਖਣਾ ਮੈਂ ਤਾਂ ਸਟਾਰਟਿੰਗ ਡੇਜ਼ ਤੁਹਾਨੂੰ ਹਾਰਡ ਵਰਕ ਤੋਂ ਹੀ ਕਰਨੇ ਪੈਣਗੇ। ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਉਸ ਹਾਰਡ ਵਰਕ ਨੂੰ ਤੁਸੀਂ ਥੋੜ੍ਹਾ ਜਿਹਾ ਸਮਾਰਟ ਵਰਕ ਦੇ ਵਿੱਚ ਚੇਂਜ ਕਰ ਦਿਓ। ਇੱਕ ਐਗਜ਼ਾਮਪਲ ਹਾਰਡ ਵਰਕ ਦੀ ਤੁਹਾਨੂੰ ਮਿਲ ਗਈ ਵੀ ਜਿਹੜੀ ਲੇਬਰ ਹੈ। ਸਮਾਰਟ ਵਰਕ ਆ। ਹੁਣ ਸਮਾਰਟ ਵਰਕਰਸ ਕੌਣ ਹੁੰਦੇ ਆ? ਜਿਹੜੇ ਵਿਚੋਲੇ, ਕਹਿਣ ਦਾ ਮਤਲਬ ਜਿਹੜੇ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ। ਹੁਣ ਉਹਨਾਂ ਨੇ ਸਮਾਰਟ ਵਰਕ ਕਰਨਾ। ਕਿਸੇ ਦੀ ਜਗ੍ਹਾ ਕਿਸੇ ਨੇ ਤਿਆਰ ਕਰਵਾਈ ਹੈ ਕੋਠੀ, ਠੀਕ ਹੈ ਜੀ, ਉਹਨੇ ਪੈਸੇ ਲਾਏ। ਹੁਣ ਟਾਈਮ ਆ ਗਿਆ ਉਹਨੂੰ ਸੇਲ ਕਰਨ ਦਾ, ਮਤਲਬ ਹਾਰਡ ਵਰਕ ਇਹਨਾਂ ਨੇ ਕੀਤਾ, ਠੀਕ ਹੈ ਜੀ, ਲੇਬਰ ਵਾਲਿਆਂ ਨੇ ਉਹਨੇ ਕੋਠੀ ਤਿਆਰ ਕਰਕੇ ਦੇ ਦਿੱਤੀ। ਹੁਣ ਸਮਾਰਟ ਵਰਕਰ ਜਿਹੜਾ ਪਰਸਨ ਹੈ, ਠੀਕ ਹੈ ਜੀ, ਉਹ ਆਪਣੇ ਆਫਿਸ 'ਚ ਬੈਠਾ ਹੈ ਤਾਂ ਉਹਨੇ ਆਫਿਸ ਦੇ ਵਿੱਚੋਂ ਡੀਲ ਕਰਨੀ ਹੈ ਹਾਂਜੀ ਕਿਹੜੇ ਪਰਸਨ ਨੇ ਕੋਠੀ ਵੇਚਣੀ ਹੈ ਅਤੇ ਕਿਹਨੇ ਲੈਣੀ ਹੈ। ਤਾਂ ਤੁਸੀਂ ਉਸ ਪਰਸਨ ਦਾ ਕਮਿਸ਼ਨ ਦੇਖ ਲਓ ਵੀ ਉਹਨੇ ਬੈਠੇ ਬਿਠਾਏ ਦਫ਼ਤਰ ਦੇ ਵਿੱਚ ਲੱਖ ਤੋਂ 1.5 ਲੱਖ ਰੁਪਈਆ ਕਿਸੇ ਨੇ ਕੋਠੀ ਲੈਣੀ ਸੀ, ਕਿਸੇ ਨੇ ਵੇਚਣੀ ਸੀ, ਤਾਂ ਉਹਨਾਂ ਨੂੰ ਮਿਲਾ ਕੇ ਉਹਨੇ 1.5 ਲੱਖ ਰੁਪਇਆ ਆਪਸ ਦੇ ਵਿੱਚ ਆਮ ਨਾਟ ਸ਼ੋਰ ਕਿ ਹਾਂਜੀ 100,000 ਹੀ ਹੁੰਦਾ, 1.5 ਲੱਖ ਹੀ ਹੁੰਦਾ, ਕਿੰਨਾ ਵੀ ਹੋ ਸਕਦਾ। ਇਹ ਸਿਰਫ ਇੱਕ ਉਦਾਹਰਨ ਹੈ, ਕਿਸੇ ਨੂੰ ਆਪਾਂ ਠੀਕ ਹੈ ਜੀ ਟਾਰਗੇਟ ਨਹੀਂ ਕਰ ਰਹੇ, ਸਿਰਫ ਉਦਾਹਰਨ ਦੇ ਰਹੇ ਹਾਂ ਆਪਾਂ ਵੀ ਹਾਂਜੀ ਇਸ ਤਰੀਕੇ ਦੇ ਨਾਲ ਆਪਾਂ ਸਮਾਰਟ ਬਣਨਾ। ਥੋੜ੍ਹਾ ਜਿਹਾ ਸਾਰੀ ਉਮਰ ਹਾਰਡ ਵਰਕ ਨਹੀਂ ਕਰਨਾ, ਮਿਹਨਤ ਕਰਨੀ ਹੈ ਸਾਰਿਆਂ ਨੇ ਕਰਨੀ ਹੈ, ਬਟ ਹੁਣ ਟਾਈਮ ਆ ਜਾਂਦਾ ਵਾ ਸਮਾਰਟ ਬਣਨ ਦਾ। ਸੋ ਕਹਿੰਦਾ ਆਪਾਂ ਜਦੋਂ ਆਈਲੈਟਸ ਦੇ ਵਿੱਚ ਤੁਸੀਂ ਸਟਾਰਟਿੰਗ ਡੇਜ਼ 'ਚ ਉਦੋਂ ਤੁਸੀਂ ਹਾਰਡ ਵਰਕ ਕਰਨਾ, ਇੱਕ ਸਟੇਟਮੈਂਟ, ਇੱਕ ਐਸੇ, ਇੱਕ ਟੌਪਿਕ ਨੂੰ, ਯੂਨਿਟ ਨੂੰ ਤੁਸੀਂ ਸਮਝਣਾ। ਬਟ ਉਸ ਤੋਂ ਬਾਅਦ ਹੁਣ ਮੰਨ ਲਓ ਜੇ ਤੁਸੀਂ 500 ਐਸੇ ਤਿਆਰ ਕਰਨਾ ਹੋਵੇ, ਇੱਕ ਬੁੱਕ ਹੈ ਮਾਰਕੀਟ 'ਚੋਂ ਲੈ ਲਓ, 400 ਐਸੇ ਉਹਦੇ ਵਿੱਚ,
400 ਐਸੇ ਦੇ ਹਾਰਡ ਵਰਕ ਤੁਸੀਂ ਕਦੋਂ ਨਿਬੇੜਿਆ? ਹਰ ਰੋਜ਼ ਦੇ ਇੱਕ ਐਸੇ ਵੀ ਕਰੋਗੇ, ਦੋ ਐਸੇ ਵੀ ਤਿਆਰ ਕਰਨ ਲੱਗੇ, ਕਿੰਨੇ ਦਿਨ ਚਾਹੀਦੇ? ਤਾਂ 200-400 ਦਿਨ ਤੁਹਾਨੂੰ ਲੱਗ ਜਾਣਾ। ਤਾਂ 200 ਦਿਨ ਮਤਲਬ 9-10 ਮੰਥ ਲੱਗ ਜਾਂਦੇ ਆ ਇਕੱਲੇ ਐਸੇ ਤਿਆਰ ਕਰਨੇ, ਹੋਰ ਨਹੀਂ ਕੁਝ ਕਰਨਾ। ਤਾਂ ਹੁਣ ਆਪਾਂ ਥੋੜ੍ਹਾ ਜਿਹਾ ਇਹਨੂੰ ਸਮਾਰਟ ਵਰਕ ਦੇ ਵਿੱਚ ਕਨਵਰਟ ਕਰਨਾ, ਵੀ ਕਿਵੇਂ ਆਪਾਂ ਉਹਨੂੰ ਇੱਕ ਵਾਰੀ ਤਿਆਰ ਕਰੀਏ, ਆਈਡੀਆ ਸਾਰੇ ਆਪਣੇ ਕੋਲੇ ਆ ਜਾਣ ਇਕੱਠੇ। ਤਾਂ ਜਨਰੇਟਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਆਉਣ ਵਾਲਾ ਹੀ ਹੈ ਬਸ। ਹੁਣ 3 ਡਿਫਰੈਂਟ ਐਂਗਲਸ ਟੂ ਥਿੰਕ ਬਿਫੋਰ ਫਾਰਮਿੰਗ ਐਨੀ ਓਪੀਨੀਅਨ। ਤਾਂ ਕੱਲ੍ਹ ਨੂੰ ਤੁਹਾਨੂੰ ਕੋਈ ਐਸੇ ਆਉਂਦਾ ਕੱਲ੍ਹ ਨੂੰ ਵੀ ਐਡਵਰਟੀਜ਼ਮੈਂਟ ਬਾਰੇ ਦੱਸੋ ਜੀ, ਕਿ ਐਡਵਰਟੀਜ਼ਮੈਂਟਸ ਦੇ ਫਾਇਦੇ ਕੀ ਆ, ਐਡਵਰਟੀਜ਼ਮੈਂਟਸ ਦੇ ਨੁਕਸਾਨ ਕੀ ਆ, ਐਡਵਰਟੀਜ਼ਮੈਂਟਸ ਬੈਨ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ। ਮਤਲਬ ਸਾਰਾ ਇੱਕ ਵਾਰੀ ਐਡਵਰਟੀਜ਼ਮੈਂਟ ਜਿਹੜਾ ਵਾ ਉਹ ਸਮਝ ਲਓ, ਅੰਡਰਸਟੈਂਡ ਕਰ ਲਓ। ਤਾਂ ਹੁਣ ਇਹਦੇ ਜਿਹੜੇ ਐਡਵਰਟੀਜ਼ਮੈਂਟਸ ਦੇ ਫਾਇਦੇ ਤੁਸੀਂ ਦੱਸਣੇ ਕਿ ਕੀ ਫਾਇਦੇ ਆ ਐਡਵਰਟੀਜ਼ਮੈਂਟ ਦੇ, ਤਾਂ ਕਿਹਨੂੰ ਫਾਇਦੇ ਆ ਇਹ ਤੁਸੀਂ ਹੁਣ ਨੋਟ ਕਰੋ ਕਿ ਕਿਵੇਂ ਅਲੱਗ-ਅਲੱਗ ਆਈਡੀਆਜ਼ ਆਪਣੇ ਹੋਣੇ ਚਾਹੀਦੇ ਆ। ਸਾਰੇ ਫਾਇਦੇ ਇੱਕੋ ਨੂੰ ਹੀ ਨਹੀਂ ਦੱਸਣੇ। ਐਡਵਰਟੀਜ਼ਮੈਂਟਸ ਦੇ ਫਾਇਦੇ ਕੀ ਆ? ਪਹਿਲਾ ਐਂਗਲ, ਜਿਵੇਂ ਹੁਣ ਦੇਖੋ ਆਪਣੇ ਫੋਨ ਹੈ, ਫੋਨ ਦੇ ਵਿੱਚ ਆਪਣੇ ਜਿਹੜੇ ਕੈਮਰਾ ਵਾ ਉਹਨਾਂ ਦੇ 2 ਐਂਗਲ ਹੈ। 1 ਐਂਗਲ ਇਜ਼ ਫਰੰਟ ਕੈਮਰਾ, ਜਿਸ 'ਚੋਂ ਆਪਾਂ ਸੈਲਫੀ ਲੈਂਦੇ, ਬੜਾ ਵਧੀਆ ਲੱਗਦਾ ਵੀ ਹਾਂ ਯਾਰ ਸੈਲਫੀ ਬਹੁਤ ਸੋਹਣੀ ਆਉਂਦੀ। ਤਾਂ ਉਹ ਐਂਗਲ ਇੰਡੀਵਿਜੂਅਲ। ਸੈਲਫੀ ਕੈਮਰੇ 'ਚੋਂ ਆਪਾਂ ਨੂੰ ਕਿਹੜਾ ਐਂਗਲ ਦਿਖਦਾ, ਕਿਹੜੀ ਚੀਜ਼ ਦਿਖਦੀ ਆ? ਆਪਣਾ ਆਪ ਦਿਖਦਾ। ਇੱਕ ਪਿਕਚਰ ਕਲਿੱਕ ਹੋ ਗਈ, ਸਭ ਤੋਂ ਪਹਿਲੀ ਮੇਨ ਪਿਕਚਰ ਜਿਹੜੀ ਆ ਉਹ ਸੈਲਫੀ ਦੀ ਕਰਨੀ ਆ ਆਪਾਂ। ਸੈਕਿੰਡ ਐਂਗਲ ਜਿਹੜਾ ਵਾ, ਹੁਣ ਕੈਮਰਾ ਤੁਸੀਂ ਬੈਕ ਕੈਮਰਾ ਔਨ ਕਰ ਲਓ, ਤਾਂ ਹੁਣ ਬੈਕ ਕੈਮਰੇ ਦੇ ਵਿੱਚ ਤੁਹਾਨੂੰ ਕੌਣ ਦਿਖੂਗਾ? ਫਰੰਟ ਕੈਮਰੇ 'ਚ ਤਾਂ ਤੁਸੀਂ ਆਪ ਦੇਖ ਗਏ, ਬੈਕ ਕੈਮਰੇ 'ਚ ਕੌਣ ਹੋਊਗਾ? ਜਿਹੜੇ ਦੂਸਰੇ ਲੋਕ। ਮੰਨ ਲਓ ਜੇ ਤੁਸੀਂ ਕਿਤੇ ਵੀ ਹੋ ਤਾਂ ਤੁਹਾਨੂੰ ਲੋਕ ਦਿਖਣਗੇ, ਤੁਹਾਨੂੰ ਸੁਸਾਇਟੀ ਦਿਖੂਗੀ, ਤੁਹਾਨੂੰ ਸਮਾਜ ਦਿਖੂਗਾ ਦੂਸਰੇ ਐਂਗਲ ਤੋਂ। ਤੇ ਇਹਨਾਂ ਦੋਨਾਂ ਐਂਗਲਾਂ ਨੂੰ ਤੁਹਾਨੂੰ ਪ੍ਰੋਵਾਈਡ ਕਰਨ ਵਾਲਾ ਕੌਣ ਹੈ? ਤੁਹਾਨੂੰ ਫੋਨ ਪ੍ਰੋਵਾਈਡ ਕਰਨ ਵਾਲਾ ਕੌਣ ਹੈ? ਇਹ ਤੁਹਾਡੀ ਕੰਟਰੀ ਹੈ, ਇਹ ਤੁਹਾਡੀ ਗਵਰਨਮੈਂਟ ਹੈ, ਇਹ ਤੁਹਾਡੀ ਨੇਸ਼ਨ ਹੈ। ਇਹ ਹਮੇਸ਼ਾ 3 ਐਂਗਲ ਜੇ ਤੁਸੀਂ ਯਾਦ ਰੱਖ ਲਏ, ਕਿਸੇ ਵੀ ਯੂਨਿਟ ਦੇ ਕਿਸੇ ਵੀ ਟੌਪਿਕ ਦੇ ਜੇ ਕੈਮਰੇ ਦੇ ਐਂਗਲ ਬਦਲ ਕੇ ਫੋਟੋ ਖਿੱਚੋਗੇ ਤਾਂ ਇਹ ਤਿੰਨੇ ਫੋਟੋਆਂ ਅਲੱਗ-ਅਲੱਗ ਹੋਣਗੀਆਂ। ਤਾਂ 3 ਫਾਇਦੇ ਤੁਹਾਡੇ ਇੱਦਾਂ ਫਿੰਗਰ ਟਿਪਸ, ਉਂਗਲਾਂ 'ਤੇ ਹਮੇਸ਼ਾ ਤਿਆਰ ਰਹਿਣਗੇ। ਜੀ ਇਹ 3 ਫਾਇਦੇ ਮੈਂ ਜਦੋਂ ਮਰਜ਼ੀ ਜਿੱਥੇ ਬੈਠਾ ਮਰਜ਼ੀ ਸੋਚ ਸਕਦਾ। ਇਹ ਤੁਸੀਂ ਹੁਣ ਅਪਲਾਈ ਵੀ ਕਰ ਸਕਦੇ। ਹੁਣੇ ਆਪਾਂ ਤੁਹਾਨੂੰ ਇਹਦੀ ਐਗਜ਼ਾਮਪਲ ਇੱਥੇ ਦਿਖਾਵਾਂਗੇ ਵੀ ਕਿਵੇਂ ਸਿਰਫ ਇੰਨਾ ਕੁ ਸੋਚਣ 'ਤੇ ਤੁਸੀਂ ਕਿਸੇ ਵੀ ਸਟੇਟਮੈਂਟ 'ਤੇ ਆਈਡੀਆਜ਼ ਜਿਹੜੇ ਆ ਉਹ ਇਕੱਠੇ ਕਰ ਸਕਦੇ। ਐਡਵਰਟੀਜ਼ਮੈਂਟ ਦਾ ਸਭ ਤੋਂ ਪਹਿਲਾ ਬੈਨੀਫਿਟ, ਆਪਾਂ ਸੈਲਫੀ ਕੈਮਰਾ ਔਨ ਕਰਦੇ ਆ ਤਾਂ ਕਿਹਨੂੰ ਜਾਂਦਾ? ਇੰਡੀਵਿਜੂਅਲ। ਤਾਂ ਇੰਡੀਵਿਜੂਅਲ ਜਿਹੜੇ ਆ ਐਡਵਰਟੀਜ਼ਮੈਂਟਸ ਦੇਖਣ ਵਾਲੇ ਹੁਣ ਕੌਣ ਹੋ ਗਏ? ਇੰਡੀਵਿਜੂਅਲ ਕੈਮਰਾ, ਇਹਦੇ 'ਚੋਂ ਤੁਹਾਨੂੰ ਪੇਰੈਂਟਸ ਦਿਖੋਗੇ, ਇਹਦੇ 'ਚੋਂ ਤੁਹਾਨੂੰ ਚਿਲਡਰਨ ਦਿਖਣਗੇ, ਇਹਦੇ 'ਚੋਂ ਇੰਪਲੋਈਜ਼, ਇਹਦੇ 'ਚੋਂ ਕੰਜ਼ਿਊਮਰਸ ਦਿਖਣਗੇ। ਤਾਂ ਹੁਣ ਐਡਵਰਟੀਜ਼ਮੈਂਟ ਦੇ ਪਹਿਲੇ ਐਂਗਲ 'ਚ ਤੁਹਾਨੂੰ ਕੌਣ ਦਿਖੂਗਾ? ਕੰਜ਼ਿਊਮਰ। ਤਾਂ ਜਿਹੜੇ ਹੁਣ ਕੰਜ਼ਿਊਮਰ ਹੈ ਉਹਨਾਂ ਨੂੰ ਕੀ ਫਾਇਦਾ ਜਦੋਂ ਆਪਾਂ ਕੋਈ ਐਡ ਦੇਖਦੇ ਹਾਂ? ਤਾਂ ਐਡ ਦਾ ਪਹਿਲਾ ਫਾਇਦਾ ਕਿ ਇਟ ਅਵੇਅਰਸ ਅਸ, ਤਾਂ ਉਹ ਆਪਾਂ ਨੂੰ ਅਵੇਅਰ ਕਰਦੀ ਹੈ। ਠੀਕ ਹੈ ਜੀ। ਕੋਈ ਵੀ ਐਗਜ਼ਾਮਪਲ ਹੈ, ਮੰਨ ਲਓ ਕੋਈ ਜਿਸ ਤਰ੍ਹਾਂ ਕੋਵਿਡ-19 ਹੀ ਚੱਲਿਆ ਸੀ, ਪੈਂਡੈਮਿਕ ਚੱਲਿਆ, ਤਾਂ ਉਹ ਐਡਵਰਟੀਜ਼ਮੈਂਟ ਤੋਂ ਆਪਾਂ ਨੂੰ ਪਤਾ ਲੱਗਿਆ। ਪਲਸ ਪੋਲੀਓ ਹੈ, ਕੋਈ ਡ੍ਰੌਪਸ ਪਿਆਉਣੀ ਹੈ ਬੱਚਿਆਂ ਨੂੰ, ਇਨਕਮ ਟੈਕਸ ਦੀ ਲਾਸਟ ਡੇਟ ਹੈ, ਐਡਵਰਟੀਜ਼ਮੈਂਟ ਆਪਾਂ ਨੂੰ ਅਵੇਅਰ ਕਰਦੀ ਹੈ। ਸੋਸ਼ਲ ਇਸ਼ੂਜ਼ ਆਪਾਂ ਐਡਵਰਟੀਜ਼ਮੈਂਟ ਤੋਂ ਦੇਖਦੇ ਹਾਂ। ਤਾਂ ਇਹ ਕੀ ਹੋ ਗਿਆ? ਇੰਡੀਵਿਜੂਅਲ ਐਂਗਲ ਐਡਵਰਟੀਜ਼ਮੈਂਟ ਦਾ। ਪਹਿਲਾ ਫਾਇਦਾ ਕਿਹਨੂੰ ਆ? ਲੋਕਾਂ। ਤਾਂ ਹੁਣ ਨਾਰਮਲੀ ਸਟੂਡੈਂਟ ਕੀ ਕਰਦੇ ਰਹਿੰਦੇ ਆ ਆਈਲੈਟ ਦੇ ਵਿੱਚ, ਉਹ ਸਾਰੇ ਆਈਡੀਆਜ਼ ਇੰਡੀਵਿਜੂਅਲ ਲੋਕਾਂ ਦੇ ਹੀ ਕੱਲੇ ਕੰਜ਼ਿਊਮਰ ਦੇ ਫਾਇਦੇ ਦੱਸਦੇ ਰਹਿੰਦੇ। ਇੱਕ ਫਾਇਦਾ, ਇੱਕ ਐਂਗਲ ਹੀ ਦੱਸਣਾ ਵਾ ਵੀ ਕੰਜ਼ਿਊਮਰ ਨੂੰ ਇੱਕ ਫਾਇਦਾ ਜਿਹੜਾ ਮੇਨ ਆ ਉਹ ਆ ਵਾ ਸਪੋਰਟ ਪੂਰੀ ਕਰਨੀ ਹੈ, ਐਕਸਪਲੇਨ ਪੂਰਾ ਕਰਨਾ, ਐਗਜ਼ਾਮਪਲ ਪੂਰੀ ਦੇਣੀ ਹੈ, ਜੋ ਆਪਾਂ ਪਹਿਲਾਂ ਸਮਝ ਕੇ ਹਟੇ। ਗੱਲ ਕਲੀਅਰ ਹੋ ਗਈ ਜੀ ਪਹਿਲਾ ਐਂਗਲ। ਹੁਣ ਦੂਸਰਾ ਐਂਗਲ ਆਪਾਂ ਕੈਮਰਾ ਚੇਂਜ ਕਰ ਦਈਏ, ਬੈਕ ਕੈਮਰੇ ਵੱਲ ਆਈਏ, ਤਾਂ ਹੁਣ ਆਪਾਂ ਨੂੰ ਸੁਸਾਇਟੀ ਦਿਖੂਗੀ, ਸਮਾਜ ਦਿਖੂਗਾ। ਹੁਣ ਜਦੋਂ ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਐਡਵਰਟੀਜ਼ਮੈਂਟ ਦਾ ਕੀ ਫਾਇਦਾ, ਸੋਸ਼ਲ ਸਮਾਜ ਦੇ ਪ੍ਰਤੀ ਆਪਣੀ ਸੁਸਾਇਟੀ, ਆਪਣੇ ਲੋਕਾਂ ਨੂੰ ਕੀ ਫਾਇਦਾ। ਤਾਂ ਹੁਣ ਮੈਨੂੰ ਤਾਂ ਉਹਨਾਂ ਨੇ ਜਾਗਰੂਕ ਕਰਤਾ, ਘਰੇ ਬੈਠਿਆਂ ਨੂੰ, ਮਸ਼ਹੂਰੀਆਂ ਨੂੰ। ਜਦੋਂ ਸਮਾਜ ਦੇ ਵਿੱਚ ਦੇਖਦੇ ਹਾਂ ਤਾਂ ਬੜੇ ਲੋਕ ਜਿਹੜੇ ਫਲੈਕਸ ਬੋਰਡ ਤੋਂ ਲੈ ਕੇ ਹੈ ਨਾ, ਜਿਹੜੇ ਆਪਣੇ ਫਲੈਕਸ ਬੋਰਡ ਤਿਆਰ ਕਰਦੇ ਆ, ਜਿਹੜੇ ਕੈਮਰਾਮੈਨ ਆ, ਮਾਡਲਸ ਆ, ਕਿੰਨੇ ਲੋਕਾਂ ਦੀ ਇੰਪਲੋਇਮੈਂਟ ਜੁੜੀ ਹੋਈ ਹੈ। ਸੈਕਿੰਡ ਐਂਗਲ ਤੋਂ ਕੀ ਦੇਖਿਆ ਆਪਾਂ ਨੂੰ ਕਿ ਲੋਕਾਂ ਦੀ ਰੁਜ਼ਗਾਰ, ਲੋਕਾਂ ਦਾ ਇੰਪਲੋਇਮੈਂਟ ਜਿਹੜੀ ਆ ਉਹ ਜੁੜੀ ਹੋਈ ਹੈ। ਸੋ ਦੈਟ ਇਜ਼ ਦਾ ਸੈਕਿੰਡ ਬੈਨੀਫਿਟ। ਤਾਂ ਹੁਣ ਦੇਖੋ ਪਹਿਲਾ ਐਂਗਲ ਇੰਡੀਵਿਜੂਅਲ,
अलग फायदा हो गया बिल्कुल। दूसरा एंगल ही बदल गया। तो ये जो तुसी एक्सप्लेन करोगे, ये जो तुसी आइडिया लिखे आ, वो लिखे तो एडवरटीजमेंट बारे है, बट ये तुसी आपदे इंडिविजुअल लैवल पर गल करोगे, ये सोशल लैवल सोसाइटी की गल करोगे, तो ऑटोमैटिकली ये वर्ड्स डिफरेंट होंगे, वोकैबलरी बदल जूगी, ये वोकैबलरी डिफरेंट हो जूगी, आइडिया भी वक्रे हो गए। और जो पहला 4 पॉइंट तुहानूं मैं समझाए हैं, वो हौली हौली तुहानूं समझ आउण लग जाएंगे, और इन्हां दी जिहड़ी लैवल है वो अपने आप बैठन लग जाऊगा। सैकेंड एंगल सोसाइटी, थर्ड एंगल नैशनल गवर्नमेंट। तो हुण तीसरा एंगल जिहड़ा वा वो गवर्नमेंट दा वा, तुहाडी दा सरकार दा। तो हुण मैनूं की फायदा सी एडवरटीजमेंट दा? जागरूकता, अवेयरनैस। सोसाइटी नूं की बैनीफिट सी? इंपलॉयमेंट। तो हुण थर्ड आ गया गवर्नमेंट। गवर्नमेंट नूं की फायदा? तो हुण गवर्नमेंट ने टैक्स कलैक्ट करना, सब तो वड्डा बैनीफिट तो हुण गवर्नमेंट नूं, राइट। सो गवर्नमेंट नूं टैक्स मिलूगा, राइट, रैवेन्यू अप होगा, तो ऑटोमैटिकली वो जी GDP है वो अप होगी, राइट। तो जदों लोगों को अवेयरनैस होगी सोसाइटी दे विच, ठीक है जी, उन्होंने रोजगार मिलूगा। सो इसी एक पॉइंट आपां नूं इंडिविजुअल च मिल गया एडवरटीजमेंट का फायदा, एक आपां नूं सोसाइटी का मिल गया, एक आपां नूं कंट्री का मिल गया। हुण आपां होर जे आइडिया देना चाहुंदे हां, वैसे 3 आइडिया दे नाल आपां कोई भी ऐसे किसी दे नाल भी स्पीकिंग कर सकते, किसी दे नाल भी कोई भी ऐसे आपां लिख सकते। कोई होर एक आइडिया होर आपां एग्जाम्पल के तौर पर होर इंडिविजुअल लैवल पर, मतलब एडवरटीजमेंट है, होर की फायदा हो सकता इंडिविजुअल नूं? तो आपां एडवरटीजमेंट जिहड़ी आ उहनूं इंजॉय भी कर दिंदे, करते, राइट। सो कोई भी एडवरटीजमेंट फनी भी होंगी, जिस तरह वोडाफोन दी कई एड्स सीगियां, जूजू से वो वगैरह, राइट, जूजू वगैरह आते थे कार्टून, तो वो लोग इंजॉय भी करते हैं एज अ फन, एंटरटेनमेंट भी। तो हुण एक तो है जी एडवरटीजमेंट देखने वाले, उन्होंने फायदा, तो बनाने वाले कौन है? हुण कंपनी नूं नहीं फायदा, जिहड़ी कंपनी ने ऐड बनाई है अपने नालों ज़्यादा फायदा तो उन्होंने है, तो उन्होंने भी तुसी है ना, तुसी उन्होंने फैक्टरी देखो, तुसी उन्होंने कंपनी देखो, उन्होंने ग्रोथ कितनी होगी। जिस कंपनी की ऐड चल जाती है वो कंपनी चल जाती है। अजकल किन्ने बिजनेस है जिहड़े खड़े ही सिर्फ एडवरटीजमेंट के सिर ते, तो कस्टमर्स कंज्यूमर्स नूं फायदा होवे चाहे ना होवे, ठीक है जी, बट कंपनी वालियां ने ज़्यादा फायदा ले जाना। तो दो फायदे तुहानूं अलग अलग पता लगे। तो हुण फिर जे गवर्नमेंट की गल करिए तो उहदे विच भी तुसीं इस तरीके दे नाल अलग पॉइंट जिहड़ा वा कंट्री लैवल ते भी, राइट, तुसीं आपदे कंट्री नूं रिप्रजेंट कर सकते हो इंटरनैशनल लैवल ते, जदों कोई भी तुसीं ऐड बनाओगे आपदी कंट्री दे बेस ते। सो दो आइडिया, 3 आइडिया तुसीं देखिया भी किसी भी स्टेटमेंट ते तुसीं हुण अप्लाई करके देखो, कोई भी स्टेटमेंट, एनीमल्स है, बिल्डिंग्स है, बिजनेस है, क्राइम है, एजुकेशन है। देखो एजुकेशन की फायदा भी, हुण तुसीं स्टडी अब्रॉड करनी, बाहर जाके तुसीं वर्क करना, इस करके आप आइलट्स कर रहे हैं। तो जिन्होंने हुण स्टडी फॉरन करन जानी है उन्होंने फायदे की है, वट आर द बेनीफिट्स ऑफ स्टडिंग एब्रॉड? तो सारे फायदे आप ही दस देने? नो। अज तो बाद स्पीकिंग करनी है, राइटिंग करनी है, सारे फायदे तुसीं सैल्फी कैमरे वाले नहीं दसने, स्टार्ट सैल्फी कैमरे तो ही करना है। बई फॉरन पढ़न जावांगे तो आपां नूं बेनीफिट की होगा? तो अपने कोले प्रोमीनेंट यूनीवर्सिटीज़ है, कॉलेजेस है, राइट, वैल डिवेल्ड इंफ्रास्ट्रक्चर है, वैल स्टाफ है उत्थे, वैल एक्सपीरियंसड है, तो उन्होंने तो आप एजुकेशन लवांगे तो अपने कोल जॉब प्रोस्पैक्टस जिहड़े आ वो ओपन हो जाएंगे, ठीक है। ये तुहानूं बेनीफिट है। दूसरा तुहानूं ही फायदा सारा, तुहाडे पेरेंट्स नूं भी हो सकता है, तुहाडी सोसाइटी नूं। मान लो जदों तो स्टूडेंट्स बाहर जाने शुरू होए है तो उदों तो तुसीं आप देखो भी अपनी जिहड़ी सोसाइटी है वो भी थोड़ी जी नैरो माइंडेड तो ब्रॉड माइंडेड भी हुई है, लोगों की सोच दे विच भी तब्दीली आई है। जिहड़ी सोसाइटी तुसीं गए हैं उत्थे जाके तो तुसीं आप देखो भी उत्थों की सोसाइटी दे विच भी अपने जिहड़े कल्चर है तुसीं रिप्रजेंट किया कि नहीं किया इंटरनैशनल लैवल ते, सारे पंजाबीज़ नूं जानन लग गए कि नहीं जानन लग गए। तो ये भी तुसीं देखो कि इंडिविजुअल्स जदों इकट्ठे होकर उत्थे जाते हैं, आपां नूं तां फायदा होया ही होया स्टडी अब्रॉड का, दूसरे पासे उस सोसाइटी नूं भी फायदा होया, अपनी सोसाइटी नूं भी फायदा होया। थर्ड नेशन एंड गवर्नमेंट। तो हुण तुसीं आप देखो जदों स्टडी अब्रॉड आपां जावांगे अपनी सरकार नूं कोई फायदा नहीं है, क्यों नहीं फायदा? सारी फीस GIC दा बैंक के थ्रू जाना, अपनी गवर्नमेंट नूं फायदा हो गया।
ਹੁਣ ਜਾਣਾ ਕਿਹੜੀ ਬੈਂਕ ਗਵਰਨਮੈਂਟ 'ਚ ਆ? ਕੈਨੇਡੀਅਨ। ਤਾਂ ਹੁਣ ਕੈਨੇਡੀਅਨ ਅੰਬੈਸੀ 'ਚ ਜਾਣਾ, ਕਿੰਨੇ ਲੋਕ EMPLOYE ਆ, ਕਿੰਨੇ ਵਰਕ ਕਰਦੇ, ਤਾਂ ਉਹਨਾਂ ਨੂੰ ਵੀ ਤੁਹਾਡੀ ਫੀਸ ਦੇ ਵਿੱਚੋਂ ਹੀ ਪੈਸੇ ਮਿਲਣੇ ਆ, ਉਹਨਾਂ ਦੇ ਵਿੱਚੋਂ ਹੀ ਹੈ ਨਾ। ਜਿਹੜੇ ਏਜੰਟਸ ਆ, ਟਰੈਵਲ ਏਜੰਟਸ ਆ, ਜਿਹਨਾਂ ਨੂੰ ਤੁਸੀਂ ਵੀਜ਼ਾ ਫਾਈਲ ਲਵਾਉਣੀ, ਉਹਨਾਂ ਨੇ ਵੀ ਉਹਦੇ ਵਿੱਚੋਂ ਹੀ ਆਪਦਾ ਜਿਹੜਾ ਕਮਿਸ਼ਨ ਉਹ ਸਾਰਾ ਕੁਝ ਲੈਣਾ। ਸੋ ਦੇਖਿਆ ਤੁਸੀਂ, ਸੈਲਫੀ ਕੈਮਰਾ ਐਜੂਕੇਸ਼ਨ ਸਟਾਰਟ ਤੁਹਾਡੇ ਤੋਂ ਹੋਇਆ। ਸਭ ਤੋਂ ਪਹਿਲਾ ਫਾਇਦਾ ਤੁਹਾਨੂੰ ਹੋਊਗਾ, ਬਟ ਤੁਹਾਡੇ ਫਾਇਦੇ ਦੇ ਨਾਲ ਨਾਲ ਹੋਰ ਕਿੰਨੇ ਫਾਇਦੇ ਜੁੜੇ। ਤਾਂ ਹੁਣ ਆਪਣਾ ਵੀ ਦੇਖੋ, ਜਿਹੜੇ ਆਨਲਾਈਨ ਸੈਂਟਰ ਆ ਸਾਰੇ, ਸਟੱਡੀ ਕਰਨੀ ਹੈ ਤੁਸੀਂ ਫੋਰਨ ਜਾਣਾ, ਫਾਇਦਾ ਤੁਹਾਨੂੰ ਆ, ਬਟ ਤੁਸੀਂ ਆਪਦੇ ਲੋਕਾਂ ਦਾ ਵੀ ਫਾਇਦਾ ਕਰ ਰਹੇ, ਸਾਡੇ ਵਰਗਿਆਂ ਦਾ ਵੀ ਫਾਇਦਾ ਹੋ ਰਿਹਾ। ਠੀਕ ਹੈ ਜੀ, ਅਸੀਂ ਨਾ ਸਾਡਾ ਪ੍ਰੋਫੈਸ਼ਨ ਬਣ ਗਿਆ, ਸਾਡੇ ਕੋਲ ਸਕਿੱਲ ਹੈ ਵੀ ਹਾਂਜੀ ਇੰਗਲਿਸ਼ ਤੁਹਾਨੂੰ ਟੀਚ ਕਰ ਰਹੇ ਹਾਂ, ਤਾਂ ਸਾਡਾ ਵੀ ਬੈਨੀਫਿਟ ਆ। ਕਿੰਨੇ ਜੌਬ ਓਪਰਚੁਨਿਟੀਜ਼ ਨਿਕਲੀਆਂ ਸੋਸਾਇਟੀ ਦੇ ਵਿੱਚ, ਕਿੰਨੇ ਆਈਲੈਟ ਸੈਂਟਰ ਆ, ਕਿੰਨੇ ਇਮੀਗ੍ਰੇਸ਼ਨ ਹੈ, ਸਾਰਿਆਂ ਨੂੰ ਫਾਇਦਾ ਹੋਇਆ। ਫਿਰ ਇੱਕ ਗਵਰਨਮੈਂਟ ਆਪਣੀ ਨੂੰ ਫਾਇਦਾ ਹੋਇਆ, ਇੱਕ ਗਵਰਨਮੈਂਟ ਉਧਰਲੀ ਨੂੰ ਫਾਇਦਾ ਹੋਇਆ। ਸੋ ਦੋ ਫਾਇਦੇ, ਇਹ ਟਿਕਟ ਲੈਣੀ, ਆਪਾਂ ਸਾਰਾ ਕੁਝ ਲੈਣਾ। ਸੋ ਕੋਈ ਵੀ ਟੌਪਿਕ ਤੁਸੀਂ ਅੱਜ ਤੋਂ ਬਾਅਦ ਕੋਈ ਵੀ ਇਹਨੂੰ ਚੱਕ ਲਓ, ਕਿਸੇ ਵੀ ਟੌਪਿਕ ਨੂੰ, ਇਹ 3 ਐਂਗਲ ਹਮੇਸ਼ਾ ਤੁਸੀਂ ਯਾਦ ਰੱਖਣੇ ਆ ਦਿਮਾਗ ਦੇ ਵਿੱਚ। ਔਰ ਤੁਸੀਂ ਇਹ ਨਹੀਂ ਕਹੋਗੇ ਕਿ ਮੇਰੇ ਕੋਲ ਆਈਡੀਆਜ਼ ਦੀ ਕਿਤੇ ਕਮੀ ਆਈ ਆ। ਪਰ ਇੱਕ ਚੀਜ਼ ਲਾਸਟ ਬਟ ਨਾਟ ਦ ਲੀਸਟ, ਇੱਕ ਚੀਜ਼ ਨੋਟ ਕਰਨੀ ਹੈ, ਉਹ ਇਹ ਹੈ ਕਿ ਯੂਰ ਕੰਪੀਟੀਸ਼ਨ ਇਜ਼ ਐਟ ਇੰਟਰਨੈਸ਼ਨਲ ਲੈਵਲ। ਤਾਂ ਹੁਣ ਜਿਹੜੇ ਤੁਹਾਡੇ ਆਈਡੀਆਜ਼, ਜਿਹੜੇ ਤੁਸੀਂ ਇੰਡੀਵਿਜੂਅਲਿਜ਼ਮ, ਜਿਹੜੀ ਤੁਸੀਂ ਸੁਸਾਇਟੀ, ਜਿਹੜੀ ਵੀ ਗੱਲ ਤੁਸੀਂ ਕਰਨੀ ਆ, ਉਹ ਇੰਟਰਨੈਸ਼ਨਲ ਹੋਣੀ ਚਾਹੀਦੀ। ਸਭ ਤੋਂ ਪਹਿਲਾਂ ਕਿ ਜੇ ਤੁਸੀਂ ਐਡਵਰਟੀਜ਼ਮੈਂਟ ਦੀ ਗੱਲ ਕਰਨੀ ਹੈ ਤਾਂ ਇੰਟਰਨੈਸ਼ਨਲ ਲੈਵਲ ਦੀ ਗੱਲ ਪਹਿਲਾਂ ਕਰਨੀ ਹੈ, ਵੀ ਹਾਂਜੀ ਇੰਟਰਨੈਸ਼ਨਲ ਲੈਵਲ 'ਤੇ ਕਿਸ ਤਰ੍ਹਾਂ ਦੀਆਂ ਐਡਸ ਚੱਲ ਰਹੀਆਂ। ਐਨੀਮਲਸ ਆ, ਐਨੀਮਲ ਰਾਈਟਸ ਆ, ਐਕਸਪੈਰੀਮੈਂਟ ਹੋਣੇ ਚਾਹੀਦੇ ਆ, ਨਹੀਂ ਹੋਣੇ ਚਾਹੀਦੇ। ਪਹਿਲਾਂ ਆਪਾਂ ਇੰਟਰਨੈਸ਼ਨਲ, ਕਿਉਂਕਿ ਆਈਲੈਟਸ ਸਟੈਂਡਸ ਫॉर ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ। ਸੋ ਤੁਸੀਂ ਪਹਿਲਾਂ ਉਹ ਆਈਡੀਆ ਸੋਚੋ ਜਿਹੜਾ ਇੰਟਰਨੈਸ਼ਨਲ ਲੈਵਲ। ਸੋਚਣਾ ਹੋਵੇ, ਜੇ ਸੋਚੀ ਲੱਖ ਵਾਰ, ਸੋ ਤੁਹਾਨੂੰ ਲੱਖ ਵਾਰੀ ਸੋਚਣਾ ਪੈਣਾ ਕਿ ਮੈਂ ਜੋ ਆਈਡੀਆ ਪਹਿਲਾਂ ਸਭ ਤੋਂ ਦੇਣਾ, ਉਹ ਮੇਨ ਕਿਹੜਾ ਆਈਡੀਆ ਹੋਊਗਾ ਜਿਹੜਾ ਆਪਣਾ ਇੰਟਰਨੈਸ਼ਨਲ ਲੈਵਲ 'ਤੇ ਸੂਟ ਕਰੂਗਾ। ਇਕੱਲੇ ਮੋਗੇ 'ਚ ਹੀ ਨਾ ਰਹਿ ਜਿਓ, ਇਕੱਲੇ ਆਪਦੇ ਪਿੰਡ ਦੇ ਫਾਇਦੇ ਨੁਕਸਾਨ ਹੀ ਨਾ ਦੱਸੀ ਜਾਓ। ਜਦੋਂ ਸਾਡੇ ਪਿੰਡ 'ਚ ਤਾਂ ਕਿਤੇ ਐਡ ਲੱਗੀ ਨਹੀਂ, ਸਾਡੇ ਤਾਂ ਫਲੈਕਸ ਕਿਤੇ ਲੱਗੀ ਨਹੀਂ। ਇੱਥੇ ਹੀ ਨਾ ਬੈਠੇ ਰਹੋ, ਤੁਹਾਡੀ ਸੋਚ ਬੈਠੇ ਭਾਵੇਂ ਘਰ ਹੀ ਆ, ਪਿੰਡ 'ਚ ਬੈਠੇ ਆ, ਸ਼ਹਿਰ 'ਚ ਬੈਠੇ ਆ, ਆਪਣੀ ਘਰ ਬੈਠੇ ਸੋਚ ਵੀ ਕੈਨੇਡਾ, ਅਮਰੀਕਾ ਇੱਥੋਂ ਤੱਕ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਵੇ ਵੀ ਉੱਥੇ ਕੀ ਹੋ ਰਿਹਾ, ਫਿਰ ਹੀ ਤੁਸੀਂ ਐਸੇ ਕੋਈ ਵੀ ਲਿਖ ਸਕਦੇ। ਸੋ ਦਿਸ ਵਾਜ਼ ਆਲ ਅਬਾਊਟ ਆਵਰ ਜਨਰੇਟਰ। ਤਾਂ ਤੁਸੀਂ ਅਪਲਾਈ ਕਰਕੇ ਦੇਖੋ, ਫਿਰ ਆਪਾਂ ਤੁਹਾਡੀ ਫੀਡਬੈਕ ਲਵਾਂਗੇ ਕਿ ਹਾਂਜੀ ਇਸ ਚੀਜ਼ ਨੇ ਤੁਹਾਨੂੰ ਹੈਲਪ ਕੀਤੀ ਕਿ ਨਹੀਂ ਕੀਤੀ। ਇਸ ਤੋਂ ਬਾਅਦ ਹਰ ਇੱਕ ਚੀਜ਼ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਤਾਂ ਕਰਾਂਗੇ, ਕਿੱਥੇ ਕਿਹੜੀ ਵੋਕੈਬਲਰੀ ਚਾਹੀਦੀ ਹੈ, ਕਿੱਥੇ ਆਪਾਂ ਨੂੰ ਸੈਂਟੈਂਸ ਸਟਰਕਚਰ ਚਾਹੀਦਾ, ਕਿਹੜੇ ਲਿੰਕਿੰਗ ਵਰਡਸ ਹੁੰਦੇ ਆ, ਉਹ ਐਵਰੀਥਿੰਗ ਜਿਹੜੀ ਆ ਉਹ ਆਉਣ ਵਾਲੇ ਵਲੌਗਸ ਦੇ ਵਿੱਚ ਆਪਾਂ ਇਕੱਲੀ ਚੀਜ਼ ਤੁਹਾਨੂੰ ਡਿਸਕਸ ਕਰਕੇ ਦੱਸਾਂਗੇ। ਸੋ ਸਟੇ ਕਨੈਕਟਡ। ਜਿਨ੍ਹਾਂ ਨੂੰ ਥੋੜ੍ਹੀ ਜਿਹੀ ਜਲਦੀ, ਮੰਨ ਲਓ ਜਿਨ੍ਹਾਂ ਦੇ ਐਗਜ਼ਾਮ ਨੀਅਰ ਬਾਏ ਆ, ਉਹ ਸਾਡੇ ਟੈਲੀਗ੍ਰਾਮ, YouTube ਔਰ ਫੇਸਬੁੱਕ ਪੇਜ ਹੈ, ਤੁਸੀਂ WhatsApp ਵੀ ਕਰ ਸਕਦੇ ਹੋ। ਤਾਂ ਤੁਸੀਂ ਫੋਨ ਕਰਕੇ ਵੀ ਜਲਦੀ ਆਪਦੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਕਰਨੀ ਚਾਹੁੰਦੇ ਆ ਤਾਂ ਸਾਡੇ ਨਾਲ ਤੁਸੀਂ ਡਾਇਰੈਕਟ ਕੰਟੈਕਟ ਕਰ ਲਓ। ਜਿਹੜੇ ਵਲੌਗਸ ਆ ਰਾਈਟ, ਇਹ ਥੋੜ੍ਹਾ ਜਿਹਾ ਸਲੋ ਚੱਲਣਗੇ, ਡਿਟੇਲ ਦੇ ਵਿੱਚ ਚੱਲਣਗੇ। ਇਫ ਯੂ ਥਿੰਕ ਕਿ ਹਾਂਜੀ ਸਾਨੂੰ ਐਗਜ਼ਾਮ ਨੀਅਰ ਬਾਏ ਆ ਤਾਂ ਤੁਸੀਂ ਸਾਡੇ ਨਾਲ ਡਾਇਰੈਕਟ ਕੰਟੈਕਟ ਕਰੋ। ਜੇ ਤੁਹਾਨੂੰ ਸਾਡੇ ਵਲੌਗਸ, ਵੀਡੀਓ ਜਿਹੜੀਆਂ ਵਧੀਆ ਲੱਗ ਰਹੀਆਂ ਕਿ ਹਾਂ ਸਰ ਐਗਜ਼ਾਮ ਸਾਡਾ ਨੀਅਰ ਬਾਏ ਆ, ਤਾਂ ਅਸੀਂ ਜਲਦੀ ਇਸ ਚੀਜ਼ ਨੂੰ ਪ੍ਰਿਪੇਅਰ ਕਰਨਾ ਚਾਹੁੰਦੇ, ਤਾਂ we will be happy to help you, whether you are in Canada, whether you are in UK, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਤੇ ਵੀ ਹੈ, ਤੁਸੀਂ ਇੰਡੀਆ 'ਚੋਂ, ਪੰਜਾਬ 'ਚ ਕਿਤੇ ਵਿਲੇਜ ਕੰਟਰੀ, ਕਿਸੇ ਕੰਟਰੀ ਸਾਈਡ ਰਹਿ ਰਹੇ ਹੋ, ਸਿਟੀ 'ਚ, ਕਿਸੇ 'ਚ ਵੀ ਸਿਟੀ 'ਚੋਂ, ਤਾਂ ਅਸੀਂ ਤੁਹਾਨੂੰ ਹੈਲਪ ਕਰਾਂਗੇ ਘਰ ਬੈਠੇ। ਤਾਂ ਰਾਈਟ, ਡੋਂਟ ਕਾਲ, ਜਸਟ ਮੈਸੇਜ, ਕਾਲ ਨਾ ਕਰੋ, ਸਿਰਫ ਮੈਸੇਜ ਕਰੋ, ਤਾਂ ਕਿ ਸਮ ਟਾਈਮ ਵੀ ਆਰ ਬਿਜ਼ੀ, ਉਸ ਟਾਈਮ 'ਤੇ ਕਾਲ ਪਿਕ ਨਹੀਂ ਹੁੰਦੀ। ਬਟ ਜੇ ਤੁਸੀਂ ਕਾਲ ਮੈਸੇਜ ਕਰੋਗੇ ਤਾਂ ਇਟਸ ਈਜ਼ੀ, ਤਾਂ ਅਸੀਂ ਜਲਦੀ ਰਿਪਲਾਈ ਕਰਾਂਗੇ। ਤੁਸੀਂ YouTube 'ਤੇ ਵੀ ਮੈਸੇਜ ਕਰ ਸਕਦੇ ਹੋ। ਐਂਡ ਵੀ ਹੈਵ ਦ ਕੰਟੈਕਟ ਨੰਬਰ 9646000369। ਤਾਂ ਇਹ ਨੰਬਰ ਵਨਸ ਅਗੇਨ 9646000369। ਤਾਂ ਇਸ 'ਤੇ ਜਦੋਂ ਮਰਜ਼ੀ ਤੁਸੀਂ ਪਲੀਜ਼ ਕਾਲ ਨਹੀਂ ਕਰਨੀ, ਮੈਸੇਜ ਕਰ ਦਿਓ ਕਿ ਸਰ ਵੀ ਸਾਡਾ ਐਗਜ਼ਾਮ ਨੀਅਰ ਬਾਏ, ਤਾਂ ਅਸੀਂ ਤਿਆਰੀ ਜਲਦੀ ਕਰਨੀ ਆ। ਤਾਂ ਉਹਦੇ ਲਈ ਤੁਹਾਨੂੰ ਆਪਾਂ ਘੱਟ ਟਾਈਮ 'ਚ ਤਿਆਰ ਕਰ ਦਿਆਂਗੇ। ਮੇਰੇ ਵੱਲੋਂ 1 ਵੀਕ ਦੇ ਵਿੱਚ ਵੀ ਮੈਂ ਸਟੂਡੈਂਟ ਨੂੰ ਤਿਆਰ ਕਰ ਦਿੰਦਾ, ਬਟ ਡਿਪੈਂਡਿੰਗ ਔਨ ਯੂਰ ਲੈਵਲ, ਤੁਹਾਡੇ ਲੈਵਲ 'ਤੇ ਡਿਪੈਂਡ ਕਰੂਗਾ। 1 ਵੀਕ 'ਚ ਵੀ ਆਪਾਂ ਤੁਹਾਨੂੰ ਤਿਆਰ ਕਰ ਦਿਆਂਗੇ। ਸੋ ਫਾਈਨਲੀ ਸਟੇ ਕਨੈਕਟਡ ਵਿਦ ਅਸ, ਆਪਣੇ ਸਾਡੇ ਨਾਲ ਤੁਸੀਂ ਕਨੈਕਟਡ ਰਹੋ।
ਅਗਲੇ ਜਿਹੜੇ ਵਲੌਗਸ ਆਉਣਗੇ ਉਹਨਾਂ 'ਚ ਆਪਾਂ ਤੁਹਾਨੂੰ ਹੁਣ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਐਸੇ ਦਾ ਜਿਹੜਾ ਸਟਰਕਚਰ ਕਿਵੇਂ ਇੰਟਰੋਡਕਸ਼ਨ ਲਿਖਣੀ, ਕਿਵੇਂ ਬੋਡੀ 1 2 ਬਣਾਉਣੇ ਆਪਾਂ, ਕਿਵੇਂ 250 ਵਰਡਸ ਆਪਾਂ ਐਸੇ 'ਚ ਲਿਖਣੇ। ਮੰਨ ਲਓ ਕੋਈ ਵੀ ਯੂਨਿਟ ਹੈ, ਕੋਈ ਵੀ ਟੌਪਿਕ ਹੈ, ਇੱਕ ਟਾਈਮ ਤੇ ਇੱਕ ਟੌਪਿਕ, ਇੱਕ ਯੂਨਿਟ ਆਪਾਂ ਚੱਕਾਂਗੇ, ਉਸ ਦੇ ਬਾਰੇ ਤੁਹਾਨੂੰ ਐਸੇ ਲਿਖਣਾ ਹੁਣ ਆਪਾਂ ਸਿਖਾਵਾਂਗੇ ਕਿ 250 ਵਰਡਸ ਇੱਦਾਂ ਲਿਖੀਦੇ ਆ। ਤਾਂ ਜੇ ਉਸ ਨੂੰ ਤੁਸੀਂ ਇੱਕ ਵਾਰੀ ਸਮਝ ਗਏ ਤਾਂ ਇਹਦਾ ਮਤਲਬ ਤੁਸੀਂ ਕੋਈ ਵੀ ਐਸੇ ਜਿਹੜਾ ਲਿਖ ਸਕਦੇ। ਜਿਸ ਤਰ੍ਹਾਂ ਮੈਥ ਦਾ ਇੱਕ ਫਾਰਮੂਲਾ ਔਰ ਉਹ 100 ਸਟੇਟਮੈਂਟ ਸੋਲਵ ਕਰ ਸਕਦਾ। ਤਾਂ ਅਗਲੀ ਵੀਡੀਓ 'ਚ ਤੁਹਾਨੂੰ ਮੈਂ ਇੱਕ ਫਾਰਮੂਲਾ ਦੇਵਾਂਗਾ ਜਿਹਦੇ ਨਾਲ ਤੁਸੀਂ ਜਿਹੜੇ ਮਰਜ਼ੀ ਐਸੇ ਨੂੰ ਡੀਲ ਕਰ ਲਓਗੇ, ਬਸ ਉਹਨੂੰ ਸਮਝ ਲਿਓ। ਉਸ ਤੋਂ ਬਾਅਦ ਤੁਹਾਨੂੰ ਕੁਝ ਵੀ ਕ੍ਰੈਮ ਕਰਨ ਦੀ ਲੋੜ ਨਹੀਂ ਪੈਣੀ, ਕੁਝ ਰੱਟਾ ਮਾਰਨ ਦੀ ਲੋੜ ਨਹੀਂ ਪੈਣੀ, ਕੋਈ ਵੋਕੈਬਲਰੀ ਨੂੰ ਰੱਟਾ ਨਹੀਂ ਮਾਰਨਾ, ਕੋਈ ਕੰਪਲੈਕਸ ਸੈਂਟੈਂਸ ਕਿਵੇਂ ਬਣਾਉਣੇ ਸਰ, ਕਿਵੇਂ ਮੈਂ ਲਿੰਕਰਸ ਹਾਊਐਵਰ ਆਲਦੋ ਕਿਵੇਂ ਯੂਜ਼ ਕਰਨਾ, ਤੁਸੀਂ ਅਗਲੀ ਵੀਡੀਓ ਦੇਖਣੀ ਹੈ ਤੇ ਤੁਸੀਂ ਐਂ ਐਕਸਪਰਟ ਹੋ ਜਾਓਗੇ। ਆਲਦੋ ਡਿਊ ਟੂ ਹਾਊਐਵਰ ਐਂ ਕਰੋਗੇ ਜਾਂ ਜਿਵੇਂ ਬਾਹਰੋਂ ਆਏ ਨਹੀਂ ਕਰਦੇ ਜਾਂ ਉਵੇਂ ਜਾਂ ਕਰੋਗੇ ਐਸੇ ਦੇ ਵਿੱਚ। ਤਾਂ ਅਗਲੀ ਵੀਡੀਓ ਦੇ ਲਈ ਸਟੇ ਕਨੈਕਟਡ। ਤਾਂ ਡੋਂਟ ਫੋਰਗੇਟ ਟੂ ਸ਼ੇਅਰ ਆਰ ਵੀਡੀਓ। ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਰਿਆਂ ਨਾਲ ਤੁਸੀਂ ਸ਼ੇਅਰ ਕਰੋ, ਲਿੰਕ ਭੇਜਦੇ ਰਿਹਾ ਕਰੋ। ਤਾਂ ਠੀਕ ਹੈ, ਆਈ ਐਮ ਓਵਰਵੈਲਮਡ ਬਾਈ ਦ ਰਿਸਪੌਂਸ ਆਈ ਗॉट। ਤਾਂ ਬਹੁਤ ਖੁਸ਼ੀ ਹੈ ਜਿਹੜਾ ਤੁਸੀਂ ਰਿਸਪੌਂਸ ਦਿੱਤਾ ਆਪਾਂ ਨੂੰ। ਹਜੇ 2 ਹੀ ਵਲੌਗਸ ਹੋਏ ਆ, ਬਟ ਜਿਨ੍ਹਾਂ ਨੇ ਵੀ ਆਪਣੇ ਵਲੌਗਸ ਦੇਖੇ ਆ ਤਾਂ ਉਹ ਵਾਕਈ ਇਸ ਚੀਜ਼ ਦੇ ਨਾਲ ਸੈਟਿਸਫਾਈ ਹੈ ਕਿ ਇਹ ਜੋ ਸਾਨੂੰ ਇਹਦੇ ਵਿੱਚ ਪਤਾ ਲੱਗਿਆ। ਤਾਂ ਸਾਨੂੰ 2 ਮੰਥ 3 ਮੰਥ ਜਾਂ ਅਸੀਂ ਐਗਜ਼ਾਮ ਵੀ ਆਲਰੇਡੀ ਦੇ ਚੁੱਕੇ ਹਾਂ, ਸਾਨੂੰ ਉਹ ਚੀਜ਼ਾਂ ਪਤਾ ਨਹੀਂ ਲੱਗੀਆਂ। ਬਿਲਕੁਲ ਇੰਟਰਸਟਿੰਗ ਵੇ ਆ, ਬਿਲਕੁਲ ਯੂਨੀਕ ਵੇ ਆ ਆਪਣਾ ਟੀਚ ਕਰਨ ਦਾ, ਥਿਓਰੈਟੀਕਲ ਪਲੱਸ ਪ੍ਰੈਕਟੀਕਲ। ਤਾਂ ਤੁਹਾਨੂੰ ਆਉਣ ਵਾਲੇ ਵਲੌਗਸ ਦੇ ਵਿੱਚ ਥੋੜ੍ਹਾ ਬਹੁਤ ਹਸਾਇਆ ਵੀ ਜਾਇਆ ਕਰੂਗਾ, ਗੱਲਾਂ ਦੇ ਵਿੱਚ ਤੁਹਾਨੂੰ ਉਦਾਹਰਨਾਂ ਵੀ ਦਿੱਤੀਆਂ ਜਾਣਗੀਆਂ, ਤਾਂ ਸੋ ਦੈਟ ਤੁਸੀਂ ਗੱਲ ਨੂੰ ਸਮਝੋ ਔਰ ਤੁਹਾਨੂੰ ਕ੍ਰੈਮ ਕਰਨ ਦੀ ਲੋੜ ਨਾ ਪਵੇ। ਸੋ ਥੈਂਕਸ ਫॉर योर ਲਵ ਐਂਡ ਸਪੋਰਟ। Hi guys, this is Gopi Prad and I cracked my IELTS exam in first attempt ever with overall 7 band, and for this I wanna say thanks to Navdeep sir and Amritjot ma'am who made it possible for me to crack this exam. I would say Aussie IELTS Home is best IELTS training center in Moga. The notes provided by Navdeep sir helped me a lot in each and every module, and also the lectures of Navdeep sir are precious. He deliver lectures every day and you can ask any question to him without any hesitation and he will clear your all doubts easily with his tips and tricks. Navdeep sir has tips and tricks for every module, and if you follow those tips and tricks you can easily achieve your desired band scores. And one more thing, the fees structure of Aussie IELTS is very affordable as compared to other institutes of Moga. Thanks for watching this video. Hopefully you liked it, and if you like it, do compliment on the video. If you have any doubt or query, if you have any question to ask, you can comment, and do subscribe our channel on YouTube and Telegram and our page on Facebook and Instagram. Thanks.